ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਸਰਦਾਰ ਇੰਦਰਪ੍ਰੀਤ ਸਿੰਘ ਜੀ। ਦੋਨਾਂ ਨੂੰ ਜਿਉ ਆਇਆ। बहुत बहुत शुक्रिया रंधावा जी। ਪੰਜਾਬ ਗਰਮ ਹੋ ਗਿਆ, ਗਰਮ ਟੈਂਪਰੇਚਰ ਵਧਣ ਕਰਕੇ ਹੋ ਗਿਆ। ਉਂਝ ਵੈਸੇ ਗਰਮੀ ਦੂਜੇ ਪਾਸੇ ਵੀ ਬਹੁਤ ਆ। ਇਹ 5 ਡਿਗਰੀ ਪਾਰਾ ਚੜ੍ਹਨ ਨਾਲ ਲੋਕ ਮਨਾਂ ਦੇ ਵਿੱਚ ਰੋਹ ਦਾ ਇੱਕ ਪਾਰਾ ਤਾਂ ਰਹਿੰਦਾ। ਇਹ ਮੈਂ ਦੂਜੇ ਟੈਂਪਰੇਚਰ ਦੀ ਗੱਲ ਕਰਦਾ। 10 ਤੋਂ 15% ਫਸਲ ਦੇ ਨੁਕਸਾਨੇ ਜਾਣ ਦੀ ਆਹਟ ਹੈ। ਪੰਜਾਬ ਨੂੰ ਮਾਰ ਵੱਜਦੀ ਰਹਿੰਦੀ ਹੈ, ਪਰ ਪੰਜਾਬ ਬਲਦਾ ਬਲਦਾ ਵੀ ਉੱਠ ਖੜਦਾ ਹੈ। ਰਾਖ ਵਿੱਚੋਂ ਮੁੜ ਉਪਜਣ ਦੀ ਪ੍ਰਵਿਰਤੀ ਨੇ ਇਹਨੂੰ ਹੁਣ ਤੱਕ ਸਾਬਤ ਕਦਮੀ ਰੱਖਿਆ। ਇੱਕ ਵਾਰੀ ਫਿਰ ਨਵੀਂ ਪੀੜ੍ਹੀ ਦੇ ਜੋਸ਼ ਮੂਰੇ ਉਹ ਸਾਰੇ ਲੋਕ ਉੱਠ ਖੜੇ ਹੋਏ ਜਿਨ੍ਹਾਂ ਨੇ ਕਾਲੇ ਦੌਰ ਦੌਰਾਨ ਉਹ ਸਭ ਹੰਢਾਇਆ ਜਿਹੜਾ ਹੰਢਾਉਣ ਯੋਗ ਨਹੀਂ ਸੀ, ਜਿਹਦਾ ਕੋਈ ਨਤੀਜਾ ਨਹੀਂ ਨਿਕਲਿਆ। ਲਾਸ਼ਾਂ ਦੇ ਅੰਬਾਰ ਤੇ ਖੜੇ ਹੋ ਕੇ ਪਿਛਾਂਹ ਝਾਤੀ ਮਾਰਦਿਆਂ ਰਾਖ ਹੀ ਰਾਖ ਦਿਸਦੀ ਹੈ, ਨਤੀਜਾ ਕੋਈ ਨਹੀਂ ਦਿਸਦਾ। ਅੰਮ੍ਰਿਤਪਾਲ ਦੇ ਵਰਤਾਰੇ ਨੇ ਨਵਾਂ ਰੂਪ ਲੈ ਲਿਆ। ਪੰਜਾਬ ਦੇ ਵਿੱਚ ਬਹੁਗਿਣਤੀ ਲੋਕ ਇਹਦੇ ਖਿਲਾਫ ਉੱਠ ਖੜੇ ਹੋਏ ਆ ਕਿ ਇਹਨਾਂ ਰਾਹਾਂ ਤੇ ਚੱਲਣਾ ਜਾਇਜ਼ ਨਹੀਂ। ਭਾਵੇਂ ਸਰਕਾਰ ਕੇਂਦਰ ਦੀ ਜਾਂ ਸਟੇਟ ਦੀ ਸਰਗਰਮ ਹੈ, ਕੇਂਦਰ ਨੇ ਇਹਦੇ ਤੇ ਰਿਪੋਰਟ ਮੰਗੀ ਆ, ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ, ਕਿਸੇ ਪਰਚੇ ਦੀ ਕਿਸੇ ਐਕਸ਼ਨ ਦੀ ਕਾਰਵਾਈ ਦਾ ਜ਼ਿਕਰ ਹੋ ਰਿਹਾ, ਪਰ ਇਸੇ ਦੌਰਾਨ ਉਹ ਧਿਰਾਂ ਜਿਹੜੀਆਂ ਚੁੱਪ ਵੱਟ ਜਾਂਦੀਆਂ, ਜਿਹੜੇ ਸਿਆਸੀ ਫਾਇਦੇ ਨੁਕਸਾਨ ਬਾਰੇ ਸੋਚਣ ਲੱਗ ਜਾਂਦੀਆਂ। ਇੱਕ ਵਾਰੀ ਲੋਕ ਨਜ਼ਰੀਏ ਤੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਅਕਾਲੀਆਂ ਨੂੰ ਆਪਣੀ ਜ਼ਮੀਨ ਖਿਸਕਦੀ ਦਿਸਦੀ ਹੈ। ਅੰਮ੍ਰਿਤਪਾਲ ਦੇ ਰੂਪ ਦੇ ਵਿੱਚ ਬਚਿਆ ਖੁਚਿਆ ਮਾਲ ਅਸਬਾਬ ਅਕਾਲੀ ਦਲ ਦਾ ਕਿਤੇ ਹੁੰਜਿਆ ਨਾ ਜਾਵੇ, ਇਸ ਫਿਕਰ ਚੋਂ ਉਹਨਾਂ ਨੇ ਵੀ ਰੌਲਾ ਪਾਇਆ। ਮੁੱਖ ਮੰਤਰੀ ਵੀ 48 ਘੰਟੇ ਬਾਅਦ ਹੋਸ਼ ਵਿੱਚ ਆਏ ਆ, ਉਹਨਾਂ ਨੇ ਵੀ ਟਵੀਟ ਕੀਤਾ। ਪਰ ਚਲੋ, ਜੇ ਦੋ ਅੱਖਰਾਂ ਨਾਲ ਸਰਦਾ ਹੋਵੇ, ਸੁਖਜਿੰਦਰ ਸਿੰਘ ਰੰਧਾਵਾ ਉੱਤੇ ਟਿੱਪਣੀ ਦੇ ਰਿਹਾ। ਇਸੇ ਤਰੀਕੇ ਨਾਲ ਇੱਕ ਸਾਬਕਾ ਪੁਲਿਸ ਮੁਖੀ ਕਹਿੰਦਾ ਕਿ ਹਿੰਸਾ ਨੂੰ ਬੋਤਲ 'ਚ ਬੰਦ ਕਰ ਲਓ, ਇਹ ਜਿੰਨ, ਅਦਰਵਾਈਜ਼ ਮੁਸ਼ਕਲ 'ਚ ਆਓਗੇ, ਸਿਆਸਤ ਕਰੋਗੇ ਮਰ ਜਾਓਗੇ। ਬਹੁਤ ਸਾਰੇ ਸਵਾਲ ਨੇ ਇਹਨਾਂ ਤੇ ਚੱਲਦੇ ਆ। ਘਟਨਾ ਦਰ ਘਟਨਾ, ਪ੍ਰਤੀਕਰਮ ਦਰ ਪ੍ਰਤੀਕਰਮ, ਬਹੁਤ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ, ਪਰ ਇਹ ਗੱਲ ਸੰਤੁਸ਼ਟੀ ਵਾਲੀ ਹੈ ਕਿ ਬਹਿਸ ਹੋ ਰਹੀ ਆ, ਸੰਵਾਦ ਹੋ ਰਿਹਾ। ਥੋੜਾ ਅਰਸਾ ਪਹਿਲਾਂ ਅਸੈਂਬਲੀ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਆਪਣਾ ਮਨ ਦੱਸਿਆ। ਉਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਮਨ ਦੱਸਿਆ। ਲੋਕ ਰਿਐਕਟ ਕਰਨ ਲੱਗੇ। ਪੰਜਾਬ ਮਰਦਾ ਨਹੀਂ, ਪ੍ਰਵਾਸ ਜਿੰਨਾ ਮਰਜ਼ੀ ਹੋ ਜੇ। ਹੁਣ ਇੱਕ ਆਸ, ਇੱਕ ਹੋਪ, ਇੱਕ ਨਵੀਂ ਤਰ੍ਹਾਂ ਦੀ ਆਹਟ ਸੁਣਨ ਨੂੰ ਮਿਲਦੀ ਹੈ। ਦੂਜੀ ਖਬਰ ਵੀ ਅੱਜ ਟਾਈਮ ਉਹ ਲੈਣੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵਿਵਾਦ ਗਵਰਨਰ ਤੇ ਮੁੱਖ ਮੰਤਰੀ 'ਚ ਹੈ, ਇਹ ਨਵੇਂ ਰੰਗ ਸਰੂਪ 'ਚ ਜਾ ਰਿਹਾ। ਹਾਲਾਂਕਿ ਇੱਥੇ ਪੋਲੀਟੀਕਲ ਵਿਲ ਦੀ ਲੋੜ ਸੀ, ਸਿਆਸੀ ਮੈਚੁਰਿਟੀ, ਸਿਆਸੀ ਇੱਛਾ ਸ਼ਕਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਸਰਕਾਰ ਨੂੰ ਵੀ, ਇਸ ਸਿਆਸੀ ਪਾਰਟੀ ਨੂੰ। ਪਰ ਸਵਾਲ ਕੋਰਟ 'ਚ ਜਾ ਕੇ ਖੜਾ ਹੋ ਜਾਊਗਾ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜੇ ਐਕਟ ਹੁੰਦੇ ਆ, ਕਾਨੂੰਨ ਬਣਦੇ ਆ, ਜੇ ਉਹਨਾਂ ਨੂੰ ਗਵਰਨਰ ਰੋਕ ਲਵੇ ਤਾਂ ਮੰਤਰੀ ਮੰਡਲ ਦੁਬਾਰਾ ਉਹਨੂੰ ਭੇਜ ਦਿੰਦਾ, ਸਰਕਾਰ ਉਹਨੂੰ ਦੁਬਾਰਾ ਭੇਜ ਦਿੰਦੀ ਹੈ ਕਿ ਇਹਦੇ ਤੇ ਇਹਨੂੰ ਪਾਸ ਕਰਕੇ ਭੇਜੋ। ਲੇਕਿਨ ਇਸ ਤਰ੍ਹਾਂ ਦੇ ਮਾਮਲੇ 'ਚ ਸਰਕਾਰ ਮੰਥਨ 'ਚ ਹੈ ਕਿ ਕੀ ਕੀਤਾ ਜਾਵੇ। ਇਹ ਤਾਂ ਸੈਸ਼ਨ ਬੁਲਾਉਣ ਦਾ ਮਾਮਲਾ। ਜੇ ਰੁਕਾਵਟ ਪਈ ਆ ਤੇ ਕਾਨੂੰਨ ਦੀ ਸਿਖਰਲੀ ਪੌੜੀ ਤੇ ਚੱਲਿਆ ਜਾਵੇ, ਉੱਥੋਂ ਪਤਾ ਲੈ ਲਿਆ ਜਾਵੇ। ਇੱਥੇ ਅੱਗੇ ਗੱਲ ਕਰਦੇ ਆ। ਆਖਰ ਦੇ ਵਿੱਚ ਗੱਲ ਕੋਟਕਪੂਰਾ ਵਾਲੇ ਮਾਮਲੇ 'ਚ ਵੀ ਹੋਣੀ ਬਣਦੀ ਆ। ਪੋਲਿਟਿਕਸ ਉੱਥੇ ਵੀ ਸਿਖਰ ਤੇ ਆ। ਆਖਰ ਬਾਦਲ ਕਿਆਂ ਨੂੰ ਨਾਮਜ਼ਦ ਕਰਨ ਦਾ ਇਹ ਨਜ਼ਰੀਆ, ਇਹਦੇ ਵਿੱਚੋਂ ਕੋਈ ਇਨਸਾਫ ਦੀ ਗੱਲ ਦਾ ਜ਼ਿਕਰ ਹੈ ਜਾਂ ਟੋਟਲ ਸਿਆਸੀਕਰਨ ਕੀਤਾ ਗਿਆ ਇਹਦਾ? ਇਹਦੇ ਉੱਤੇ ਇੱਕ ਬਹਿਸ ਛਿੜੀ ਹੈ। ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਮੈਨੂੰ ਉਸ ਖਬਰ ਨਾਲ ਜੋੜਿਓ ਜਿਹੜੀ ਸਰੋਤ ਪੁਖਤਾ ਕਰਦੇ ਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਰਿਪੋਰਟ ਪੰਜਾਬ ਸਰਕਾਰ ਤੋਂ ਮੰਗੀ ਆ ਅਜਨਾਲੇ ਦੀਆਂ ਘਟਨਾਵਾਂ ਨੂੰ ਲੈ ਕੇ। ਪੰਜਾਬ ਦੇ ਪੁਲਿਸ ਮੁਖੀ ਬੀਤੇ ਦਿਨ ਆਪਣੇ ਉੱਚ ਅਧਿਕਾਰੀਆਂ ਨਾਲ ਬੈਠੇ ਸੀ। ਭਾਵੇਂ ਪ੍ਰੈਸ ਬਿਆਨ ਕੁਝ ਹੋਰ ਹੈ, ਲੇਕਿਨ ਅਸਲ ਦੇ ਵਿੱਚ ਅੰਦਰ ਇਹ ਡਿਸਕਸ ਹੋਇਆ ਕਿ ਆਖਰ ਇਹਨਾਂ ਪਰਿਸਥਿਤੀਆਂ ਨਾਲ ਨਿਪਟਿਆ ਕਿਵੇਂ ਜਾਵੇ। ਧਾਰਮਿਕਤਾ ਦੀ ਰੰਗਤ ਦੇ ਵਿੱਚ ਅਮਨ ਕਾਨੂੰਨ ਹੱਥ 'ਚ ਲੈਣ ਵਾਲਿਆਂ ਨੂੰ ਕਿਵੇਂ ਸਿੱਝਿਆ ਜਾਵੇ, ਇਹਨਾਂ ਮੁਸ਼ਕਲ ਪਰਿਸਥਿਤੀਆਂ 'ਚੋਂ ਕਿਵੇਂ ਉੱਭਰਿਆ ਜਾਵੇ। ਇਸ ਵੇਲੇ ਜਿਹੜੀ ਓਵਰਆਲ ਇੱਕ ਸਥਿਤੀ ਬਣੀ ਹੋਈ ਹੈ, ਜਿਹਦੇ ਵਿੱਚ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਈ ਪੱਖਾਂ ਤੋਂ ਕਿ ਕਾਰਵਾਈ ਹੋਵੇਗੀ, ਪਰਚੇ ਹੋਣਗੇ ਔਰ ਇਸ ਤਰ੍ਹਾਂ ਦੇ ਵਰਤਾਰਿਆਂ ਨੂੰ ਬਹੁਤ ਸਿਰ ਚੁੱਕਣ ਤੋਂ ਪਹਿਲਾਂ ਰੋਕ ਲਿਆ ਜਾਵੇ। ਇਸ ਤਰ੍ਹਾਂ ਦੀ ਆਹਟ ਸੁਣਨ ਨੂੰ ਮਿਲ ਰਹੀ, ਕੀ ਕਹਿੰਦੇ? ਰੰਧਾਵਾ ਜੀ, ਜਿਹੜੀ ਕੇਂਦਰੀ ਗ੍ਰਹਿ ਮੰਤਰਾਲੇ ਹੈ, ਉਹ ਇਸ ਮੁੱਦੇ ਤੇ ਖਾਸ ਕਰਕੇ ਜੋ ਕੁਝ ਅਜਨਾਲਾ ਦੇ ਵਿੱਚ ਹੋਇਆ ਉਹਦੇ ਉੱਤੇ ਕਾਫੀ ਸੀਰੀਅਸ ਨਜ਼ਰ ਆਉਂਦਾ ਹੈ।
ਔਰ ਸੂਬੇ ਤੋਂ ਖਾਸ ਕਰਕੇ ਪੰਜਾਬ ਪੁਲਿਸ ਸੂਬਾ ਸਰਕਾਰ ਤੋਂ ਉਹਨਾਂ ਨੇ ਇੱਕ ਰਿਪੋਰਟ ਮੰਗ ਲਈ ਹੈ ਜੋ ਅੱਜ ਸ਼ਾਮ ਤੱਕ ਉਹਨਾਂ ਨੂੰ ਜਮ੍ਹਾਂ ਕਰਾਉਣੀ ਹੈ। ਰਿਪੋਰਟ ਦੇ ਵਿੱਚ ਕਈ ਵੱਡੇ ਸਵਾਲ ਵੀ ਖੜੇ ਕੀਤੇ ਨੇ। ਜੋ ਕੁਝ ਅਜਨਾਲਾ ਦੇ ਵਿੱਚ ਹੋਇਆ ਉਹ ਕਿਉਂ ਹੋਣ ਦਿੱਤਾ, ਉਹਨੂੰ ਰੋਕਣ ਦੇ ਕੀ ਇੰਤਜ਼ਾਮ ਸੀ, ਕਿਹੜੇ ਕਿਹੜੇ ਜ਼ਿਲ੍ਹੇ ਤੋਂ ਉੱਥੇ ਅਜਨਾਲਾ ਦੇ ਵਿੱਚ ਅੰਮ੍ਰਿਤਪਾਲ ਦੇ ਸਪੋਰਟਰ ਉੱਥੇ ਆਏ ਸੀਗੇ ਔਰ ਉੱਥੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲੈ ਕੇ ਵੀ ਉੱਥੇ ਆਇਆ ਗਿਆ ਸੀ। ਉਹਦਾ ਕੀ ਰੀਜ਼ਨ ਸੀ, ਕੀ ਪੁਲਿਸ ਨੇ ਐਕਸ਼ਨ ਲਿੱਤਾ, ਅੱਗੇ ਤੋਂ ਇਹ ਨਾ ਹੋਏ ਉਹਦੀ ਕੀ ਕਾਰਵਾਈ ਕਰ ਰਹੇ ਹੋ ਤੁਸੀਂ, ਕੀ ਸਟੈਪਸ ਲੈ ਰਹੇ ਹੋ। ਔਰ ਉੱਥੇ ਤੱਕ ਕਿ 8 ਫਰਵਰੀ ਦਾ ਉਸ ਇਨਸੀਡੈਂਟ ਦਾ ਵੀ ਜ਼ਿਕਰ ਕੀਤਾ ਜਿਹਦੇ ਵਿੱਚ ਮੋਹਾਲੀ ਦੇ ਬਾਰਡਰ ਦੇ ਉੱਤੇ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਇਨਸਾਫ ਮੋਰਚਾ ਨੇ ਉੱਥੇ ਧਰਨਾ ਲਾਇਆ ਸੀ ਜਿਹਦੇ ਵਿੱਚ ਵਾਇਲੈਂਸ ਹੋਈ, ਉਹਦੇ ਉੱਤੇ ਵੀ ਪੁਲਿਸ ਨੇ ਕੀ ਐਕਸ਼ਨ ਲਿੱਤਾ ਇਹ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁੱਛ ਲਿਆ। ਅੱਜ ਸ਼ਾਮ ਤੱਕ ਰਿਪੋਰਟ ਜਾਰੀ ਕਰਨੀ ਹੈ, ਰਿਪੋਰਟ ਭੇਜਣੀ ਹੈ। ਕੱਲ ਡੀਜੀਪੀ ਸਾਹਿਬ ਨੇ ਇੱਕ ਮੀਟਿੰਗ ਬੁਲਾ ਲਈ ਸਾਰੇ ਸੀਨੀਅਰ ਅਫਸਰ ਦੀ, ਉਹਨਾਂ ਨੂੰ ਕੁਝ ਇੰਸਟਰਕਸ਼ਨਸ ਦਿੱਤੀ, 52 ਵੀਡੀਓ ਹਾਸਿਲ ਕੀਤੀ ਹੈ ਜਿਹਦੇ ਵਿੱਚੋਂ ਉਹਨਾਂ ਪ੍ਰੋਟੈਸਟਰ ਦੀ ਪਹਿਚਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਅਜਨਾਲਾ ਦੇ ਵਿੱਚ ਵਾਇਲੈਂਸ ਕੀਤੀ। ਐਦਾਂ ਹੀ ਕਾਫੀ ਸਾਰੇ ਪ੍ਰੋਟੈਸਟਰ ਦੀ ਪਹਿਚਾਣ ਕੀਤੀ ਗਈ ਸੀ ਮੋਹਾਲੀ ਦੇ ਬਾਰਡਰ ਤੇ ਜਦ ਇਨਸਾਫ ਮੋਰਚਾ ਨੇ ਉਹ ਵਾਇਲੈਂਸ ਕੀਤੀ ਸੀ, ਪਰ ਅਜੇ ਤੱਕ ਕੋਈ ਐਕਸ਼ਨ ਮੋਡ ਦੇ ਵਿੱਚ ਪੁਲਿਸ ਨਹੀਂ ਦੇਖੀ ਗਈ। ਪਰ ਹਾਂ, ਹੁਣ ਇਹ ਰਿਪੋਰਟ ਅੱਜ ਸ਼ਾਮ ਤੱਕ ਜਦ ਭੇਜੀ ਜਾਏਗੀ ਇਹਦੇ ਵਿੱਚ ਇਹ ਵੀ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਸ ਅਜਨਾਲਾ ਦੇ ਵਾਇਲੈਂਸ ਨੂੰ ਜਾਂ ਫਿਰ ਅੰਮ੍ਰਿਤਪਾਲ ਦੇ ਵਾਰਿਸ ਪੰਜਾਬ ਦੇ ਨੂੰ ਮੋਨਿਟਰੀ ਸਪੋਰਟ ਕਿੱਥੋਂ ਮਿਲ ਰਹੀ ਹੈ, ਯਾਨੀ ਇੰਟਰਨੈਸ਼ਨਲ ਫੰਡਿੰਗ, ਫੋਰਨ ਫੰਡਿੰਗ ਕਿੱਥੋਂ ਮਿਲ ਰਹੀ ਹੈ। ਇਹਨਾਂ ਸਾਰੀ ਗੱਲਾਂ ਨੂੰ ਸੀਰੀਅਸਲੀ ਲੈਂਦੇ ਹੋਏ ਹੁਣ ਹੋਮ ਮਿਨਿਸਟਰੀ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ। ਇਸ ਗੱਲ ਨੂੰ ਤੁਸੀਂ ਇਸ ਤਰੀਕੇ ਨਾਲ ਵੀ ਕਨੈਕਟ ਕਰ ਸਕਦੇ ਹੋ ਕਿ ਪੰਜਾਬ ਦੇ ਗਵਰਨਰ ਨੇ ਜਿਹੜੀ ਨਾ ਕੀਤੀ ਸੀਗੀ ਪੰਜਾਬ ਦੇ ਬਜਟ ਸੈਸ਼ਨ ਨੂੰ ਬੁਲਾਉਣ ਵਾਸਤੇ, ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਲੀਗਲ ਕੰਸਲਟੇਸ਼ਨ ਲਾਉਂਗਾ ਉਸ ਤੋਂ ਪਹਿਲੇ ਕਿ ਮੈਂ ਸੈਸ਼ਨ ਵਾਸਤੇ ਕੋਈ ਅਨੁਮਤੀ ਦੇਵਾਂ। ਔਰ ਗ੍ਰਹਿ ਮੰਤਰਾਲਿਆ ਦੀ ਇਹ ਰਿਪੋਰਟ, ਗਵਰਨਰ ਦੀ ਦਿੱਤੀ ਹੋਈ ਕੋਈ ਹੋਰ ਰਿਪੋਰਟ, ਦੋਨੋਂ ਅਗਰ ਕਨੈਕਟ ਕਰਕੇ ਦੇਖੋ ਤਾਂ ਕੁਝ ਪੰਜਾਬ ਦੇ ਵਾਸਤੇ ਸਥਿਤੀ ਬਿਹਤਰ ਹੁੰਦੀ ਹੋਈ ਨਹੀਂ ਨਜ਼ਰ ਆ ਰਹੀ। ਔਰ ਜੇ ਪੰਜਾਬ ਪੁਲਿਸ, ਪੰਜਾਬ ਸਰਕਾਰ ਐਕਸ਼ਨ ਮੋਡ ਤੇ ਨਾ ਆਈ ਤੇ ਅੱਗੇ ਚੱਲ ਕੇ ਕੋਈ ਵੱਡਾ ਐਕਸ਼ਨ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਲੈ ਸਕਦੀ। ਇੰਦਰਪ੍ਰੀਤ ਜੀ, ਘਟਨਾਵਾਂ ਤੇਜ਼ੀ ਨਾਲ ਵਾਪਰੀਆਂ, ਇਹਦੇ ਤੇ ਪ੍ਰਤੀਕਰਮ ਵੀ ਬਹੁਤ ਆਏ। ਮੈਂ ਜੂਲੀਓ ਰਿਬੇਰੋ ਜਿਹੜੇ ਪਹਿਲਾਂ ਪੁਲਿਸ ਮੁਖੀ ਹੁੰਦੇ ਸੀ, ਹਾਲਾਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਕੋਈ ਪਸੰਦ ਨਹੀਂ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਉਹ ਦੌਰ ਫੇਸ ਕੀਤਾ ਜਿਹੜਾ ਦੌਰ ਅਸੀਂ ਹੱਡੀ ਹੰਡਾਇਆ। ਉਹ ਦੌਰ ਨਾ ਦਿਨ ਦਾ ਚੰਗਾ ਸੀ ਨਾ ਰਾਤ ਦਾ ਚੰਗਾ ਸੀ। ਦਿਨ ਵੇਲੇ ਭਾਰੇ ਭਾਰੇ ਬੂਟਾਂ ਦੇ ਉਹ ਖੜਾਕ ਅਜੇ ਵੀ ਉਵੇਂ ਹੀ ਮਾਨਸਿਕਤਾ 'ਚ ਪਏ ਨੇ, ਤੇ ਰਾਤਾਂ ਨੂੰ ਇਹ ਸਹਿਮ, ਇਹ ਡਰ ਕਿ ਬਾਬੇ ਨਾ ਕਿਤੇ ਆ ਜਾਣ, ਖਾੜਕੂ ਨਾ ਆ ਜਾਣ। ਮੈਨੂੰ ਪਤਾ, ਅਸੀਂ ਪਿੰਡ ਤੋਂ ਬਾਹਰ ਰਹਿੰਦੇ ਸੀਗੇ, ਉਹ ਕੁਝ ਵੀ ਕਿਸੇ ਵੇਲੇ ਵੀ ਸੰਭਵ ਸੀ। ਕੁਝ ਵੀ ਜਿਹੜੇ ਉਸ ਦੌਰ ਚੋਂ ਬਚ ਕੇ ਆ ਗਏ ਅੱਜ ਜੇ ਉਹ ਮੁਲਾਂਕਣ ਕਰਦੇ ਆ ਤੇ ਫਿਰ ਸੋਚਣਾ ਬਣਦਾ ਹੈ ਕਿ ਉਸ ਦੌਰ ਦੇ ਵਿੱਚ ਪ੍ਰਾਪਤੀ ਤਾਂ ਕੋਈ ਨਹੀਂ, ਮਕਸਦ ਕੀ ਸੀਗਾ, ਏਜੰਡਾ ਕੀ ਸੀਗਾ, ਹੌਲੀ ਹੌਲੀ ਉਹ ਸਭ ਡਿਲੂਟ ਹੋ ਗਿਆ। ਉਹ ਲੜਾਈ ਸਿਰਫ ਹਥਿਆਰ ਤੇ ਹਥਿਆਰ ਦੀ ਰਹਿ ਗਈ। ਸ਼ਾਇਦ ਸਟੇਟ ਨੂੰ ਸਭ ਤੋਂ ਬਿਹਤਰ ਵਾਰਾ ਹੀ ਖਾਂਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਲੜਾਈ ਦੇ ਵਿੱਚ ਗਵਰਨਰੀ ਰਾਜ ਦੌਰਾਨ ਜਿੰਨਾ ਪੰਜਾਬ ਮੁਸ਼ਕਲ ਦੇ ਵਿੱਚ ਫਸਿਆ, ਜਿਸ ਆਰਥਿਕਤਾ ਤੋਂ ਲੈ ਕੇ ਸਾਰੀਆਂ ਚੀਜ਼ਾਂ, ਉਹ ਦੌਰ ਦੇ ਸਾਰੇ ਲੋਕ ਜਿਨ੍ਹਾਂ ਨੂੰ ਮਾੜਾ ਮੋਟਾ ਵੀ ਯਾਦ ਹੈ, ਜਿਹੜੀ ਨਵੀਂ ਪੀੜ੍ਹੀ ਹੈ ਜਿਹੜੀ ਉਹ ਤੋਂ ਬਾਅਦ ਪੈਦਾ ਹੋਈ ਹੈ, ਜਿਹੜੀ ਹੁਣ ਜਵਾਨ ਹੋਈ ਆ, ਉਹਨੂੰ ਸ਼ਾਇਦ ਪਤਾ ਨਹੀਂ। ਉਹਨਾਂ ਦੇ ਬਾਬੇ, ਉਹਨਾਂ ਦੇ ਪਿਓ ਬਾਬੇ ਦਾਦੇ ਉਹਨਾਂ ਨੂੰ ਸਮਝਾਉਣ, ਦਿਖਾਉਣ ਕਿ ਇਹ ਮਕਸਦ ਕੀ ਨੇ। ਇਹ ਅੱਜ ਕੱਲ ਬਹਿਸ ਚੱਲ ਪਈ ਹੈ। ਇੰਦਰਪ੍ਰੀਤ ਜੀ, ਇਹਦੇ ਉੱਤੇ ਇੱਕ ਓਵਰਆਲ ਜਿਹੜੀ ਇਸ ਵੇਲੇ ਬਹਿਸ ਆ ਉਹਦੇ ਉੱਤੇ ਗੱਲ ਥੋੜੀ ਜਿਹੀ ਅੱਗੇ ਵਧਾਓ, ਜਿਹੜੀ ਖਬਰ ਦੇ ਨਜ਼ਰੀਏ ਤੋਂ। ਬਿਲਕੁਲ ਰੰਧਾਵਾ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਹੈ, ਪਿਛਲਾ ਦੌਰ ਜਿਹਨੂੰ ਵੀ ਯਾਦ ਹੈਗਾ, ਜਿਹੜਾ ਉਸ ਦੌਰ ਚੋਂ ਨਿਕਲਿਆ, ਉਹਦੇ ਲਈ ਦੁਬਾਰਾ ਪਿੱਛੇ ਮੁੜ ਕੇ ਦੇਖਣਾ ਬਹੁਤ ਉਹਦਾ ਹੌਲ ਪੈਂਦਾ, ਉਹਨੂੰ ਦੇਖਣਾ ਵੀ, ਸੋਚਣਾ ਵੀ, ਦੇਖਣਾ ਤਾਂ ਦੂਰ, ਮੈਂ ਲੱਗਦਾ ਕਿ ਸੋਚਣਾ ਵੀ ਉਹਦੇ ਲਈ ਹੌਲ ਵਰਗਾ ਹੀ ਹੈ। ਇਸੇ ਕਰਕੇ ਜਿਹੜੇ ਰਿਬੇਰੋ ਸਾਹਿਬ ਨੇ ਅੱਜ ਗੱਲ ਕੀਤੀ ਹੈਗੀ ਹੈ, ਜੇ ਤੁਸੀਂ ਉਹਨੂੰ ਦੇਖਿਆ ਹੋਵੇ ਤਾਂ ਉਹਨਾਂ ਨੇ ਇਹੀ ਕਿਹਾ ਕਿ ਇਹ ਜਿਹੜਾ ਜਿੰਨ ਹੈ ਇਹਨੂੰ ਤੁਰੰਤ ਹੀ ਬੰਦ ਕਰ ਲਓ ਬੋਤਲ 'ਚ, ਕਿਤੇ ਇਹ ਨਿਕਲ ਆਇਆ ਦੁਬਾਰਾ ਤਾਂ ਪੰਜਾਬ ਲਈ ਬਹੁਤ ਨੁਕਸਾਨ ਵਾਲੀ ਗੱਲ ਹੋਗੀ, ਕਿਉਂਕਿ ਪੰਜਾਬ ਆਲਰੇਡੀ ਬਾਰਡਰ ਸਟੇਟ ਹੈ ਔਰ ਜਿਹੜੇ ਬਾਰਡਰ ਤੋਂ ਪਾਰਲੇ ਲੋਕ ਨੇ ਉਹ ਇਸ ਤਾਕ ਦੇ ਵਿੱਚ ਹੀ ਰਹਿੰਦੇ ਆ ਕਿ ਇੱਥੇ ਡਿਸਟਰਬੈਂਸ ਥੋੜੀ ਜਿਹੀ ਹੋਵੇ ਤਾਂ ਅਸੀਂ ਆਪਣੀ ਕਾਰਵਾਈਆਂ ਪਾਈਏ। ਇੱਕ ਉਹਨੇ ਹੋਰ ਜਿਹੜੀ ਗੱਲ ਪੋਲੀਟੀਕਲ ਲੋਕਾਂ ਨੂੰ ਕਹੀ ਹੈ, ਮੈਨੂੰ ਉਹ ਜ਼ਿਆਦਾ ਜਚੀ ਹੈ ਕਿ ਜਿਹੜੀ ਉਹਨਾਂ ਨੇ ਕਿਹਾ ਹੈ, ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਰਾਜ ਸਰਕਾਰ ਹੋਵੇ, ਉਹਨਾਂ ਨੇ ਦੋਨਾਂ ਨੂੰ ਕਿਹਾ ਕਿ ਇਹ ਜਿਹੜਾ ਤੁਸੀਂ ਅੱਗ ਨਾਲ ਨਾ ਖੇਲੋ, ਲੋਕਾਂ ਨੂੰ ਜਾਓ ਉੱਥੇ ਸਮਝਾਓ, ਉਹਨਾਂ ਦੇ ਲੋਕ ਹੀ ਨੇ, ਪੋਲੀਟੀਕਲ ਪਾਰਟੀਆਂ ਦੇ ਲੋਕ ਜਾਣ ਪਿੰਡਾਂ ਦੇ ਵਿੱਚ ਤੇ ਆਪਣੇ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਜਾਂ ਜਿਹੜੇ ਉਹਨਾਂ ਦੇ ਵੋਟਰ ਹੁਣ ਤੱਕ ਰਹੇ ਨੇ ਉਹਨਾਂ ਨੂੰ ਸਮਝਾਣ, ਯਾਰ ਵੀ ਤੁਸੀਂ ਇੱਧਰ ਵਾਲੇ ਪਾਸੇ ਨਾ ਜਾਓ,
ਅਸੀਂ ਬਹੁਤ ਇੱਕ ਦੌਰ ਵੱਡਾ ਬੁਰਾ ਦੇਖ ਚੁੱਕੇ ਹਾਂ। ਮੈਨੂੰ ਯਾਦ ਹੈ ਜਦੋਂ 87 ਤੋਂ ਪਹਿਲਾਂ ਇਹ ਰਿਬੈਰੋ ਸਾਹਿਬ ਇੱਥੇ ਲਗਾਏ ਸੀ, ਉਦੋਂ ਪੰਜਾਬ ਇਹ ਗੱਲ ਮਾਣ ਕਰਦਾ ਹੁੰਦਾ ਸੀ ਆਪਣੇ ਆਪ ਤੇ ਕਿ ਉਹ ਸਰਪਲਸ ਸਟੇਟ ਹੈ, ਕੈਸ਼ ਸਰਪਲਸ ਸਟੇਟ ਹੈ, ਦੇਸ਼ ਦੀ ਸਭ ਤੋਂ ਪਹਿਲੀ ਸਟੇਟ ਸੀ ਜਿਹੜੀ ਕੈਸ਼ ਸਰਪਲਸ ਹੁੰਦੀ ਸੀ। ਅੱਜ ਸਾਡੇ ਤੇ 3 ਲੱਖ ਕਰੋੜ ਤੋਂ ਉੱਪਰ ਦਾ ਮਤਲਬ ਕਰਜ਼ਾ ਖੜਾ ਹੈ। ਮਤਲਬ ਜੇ ਔਰ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਸ ਟੈਰਰਿਜ਼ਮ ਨੂੰ ਨੱਪਣ ਦੇ ਲਈ ਜਿਹੜਾ ਅਸੀਂ ਪੈਸਾ ਖਰਚ ਕੀਤਾ ਹੈ ਉਹਦੇ ਵਿਆਜ ਅਸੀਂ ਹੁਣ ਤੱਕ ਚੁਕਾ ਰਹੇ ਹਾਂ। ਮੈਨੂੰ ਲੱਗਦਾ ਕਿ ਜਿਹੜਾ ਹੁਣ ਚੜੂਗਾ ਉਹਦੇ ਤਾਂ ਵਿਆਜ ਚੁਕਾਉਣ ਜੋਗੇ ਵੀ ਅਸੀਂ ਨਹੀਂ ਰਹਿਣਾ, ਇੰਨਾ ਦੌਰ ਬੁਰਾ ਹੋ ਜਾਏਗਾ। ਤਾਂ ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਨੇ ਗੱਲਾਂ ਕਹੀਆਂ ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ। ਕੱਲ ਜਿਵੇਂ ਚੀਫ ਮਿਨਿਸਟਰ ਨੇ ਵੀ ਇੱਕ ਸਿੰਪਲ ਟਵੀਟ ਕਰਕੇ ਕਹਿਤਾ, ਹਾਲਾਂਕਿ ਉਹਨਾਂ ਦਾ ਟਵੀਟ ਬਹੁਤ ਅੱਛਾ ਹੈ ਕਿ ਜਿਹੜੇ ਲੋਕ ਥਾਣਿਆਂ 'ਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਂਦੇ ਨੇ ਉਹ ਪੰਜਾਬ ਦੇ ਵਾਰਿਸ ਨਹੀਂ ਹੋ ਸਕਦੇ। ਟਵੀਟ ਸ਼ਾਬਦਿਕ ਤੌਰ ਤੇ ਤਾਂ ਬਹੁਤ ਅੱਛਾ ਹੈਗਾ, ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਗੱਲ ਸੁਖਜਿੰਦਰ ਰੰਧਾਵਾ ਹੋਰਾਂ ਨੇ ਕਹੀ ਹੈ ਉਹ ਜ਼ਿਆਦਾ ਬੈਟਰ ਹੈ ਕਿ ਲੀਡ ਕੌਣ ਕਰ ਰਿਹਾ। ਲੀਡ ਤਾਂ ਚੀਫ ਮਿਨਿਸਟਰ ਨੂੰ ਕਰਨਾ ਪੈਣਾ ਹੈ ਨਾ। ਚੀਫ ਮਿਨਿਸਟਰ ਕਿਉਂ ਨਹੀਂ ਆ ਕੇ ਇਸ ਇਸ਼ੂ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ, ਲੋਕਾਂ ਨੂੰ ਦੱਸਦੇ ਕਿ ਉਹ ਕੀ ਕਰ ਰਹੇ ਨੇ। ਹਰ ਜਗ੍ਹਾ ਤੇ ਜਿਵੇਂ ਰੰਧਾਵਾ ਸਾਹਿਬ ਨੇ ਕਿਹਾ ਕਿ ਹਰ ਜਗ੍ਹਾ ਤੇ ਤੁਸੀਂ ਡੀਜੀਪੀ ਨੂੰ ਅੱਗੇ ਕਰ ਦਿੰਦੇ ਹੋ। ਡੀਜੀਪੀ ਠੀਕ ਹੈ, ਉਹ ਤਾਂ ਉਹੀ ਕਾਰਵਾਈਆਂ ਕਰਨਗੇ ਜਿਹੜੀਆਂ ਉਹਨਾਂ ਦੇ ਕਾਨੂੰਨ ਦੇ ਦਾਇਰੇ 'ਚ ਨੇ, ਲੇਕਿਨ ਬਹੁਤ ਸਾਰੀਆਂ ਲੋਕਾਂ ਨੂੰ ਚੀਜ਼ਾਂ ਦੱਸਣੀਆਂ ਵੀ ਪੈਂਦੀਆਂ ਨੇ ਵੀ ਕੀ ਚੀਜ਼ ਹੋ ਕੀ ਰਿਹਾ, ਇਹ ਕੌਣ ਲੋਕ ਨੇ ਇਹਦੇ ਪਿੱਛੇ। ਤਾਂ ਮੈਨੂੰ ਲੱਗਦਾ ਚੀਫ ਮਿਨਿਸਟਰ ਨੂੰ ਲੀਡ ਕਰਨਾ ਚਾਹੀਦਾ ਹੈ। ਹੋਮ ਡਿਪਾਰਟਮੈਂਟ ਉਹਨਾਂ ਕੋਲੇ ਹੈਗਾ, ਤੇ ਜੇ ਉਹ ਲੀਡ ਨਹੀਂ ਕਰਨਗੇ ਤਾਂ ਫਿਰ ਹੋਰ ਕੌਣ ਕਰੇਗਾ। ਸੋ ਇਹ ਗੱਲ ਇੱਕ ਫਿਰ ਪਰਸੈਪਸ਼ਨ ਜੀ ਬਣ ਜਾਂਦੀ ਹੈ ਕਿ ਇਹਦਾ ਮਤਲਬ ਕੀ ਹੈ ਕਿ ਚੀਫ ਮਿਨਿਸਟਰ ਇਸ ਲਾਇਕ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੇ ਕ੍ਰਾਈਸਿਸ ਨੂੰ ਹੈਂਡਲ ਕਰ ਸਕੇ। ਤਾਂ ਮੈਨੂੰ ਲੱਗਦਾ ਕਿ ਜਦੋਂ ਜੇ ਕਿਤੇ ਇਦਾਂ ਦੀ ਪਰਸੈਪਸ਼ਨ ਬਣ ਗਈ ਤਾਂ ਇਸ ਪਰਸੈਪਸ਼ਨ ਤੋਂ ਨਿਕਲਣਾ ਵੀ ਬਹੁਤ ਔਖਾ ਹੋ ਜਾਣਾ। ਬਾਦਲ ਹਜੇ ਤੱਕ ਨਿਕਲ ਨਹੀਂ ਪਾਏ ਆ ਉਸ ਤਰ੍ਹਾਂ ਦੀਆਂ ਪਰਸੈਪਸ਼ਨਾਂ ਚੋਂ। ਤਾਂ ਇਹ ਦੇਖੋ ਇਹ ਇਤਿਹਾਸ ਜਿਹੜੇ ਹੁੰਦੇ ਨੇ ਉਹਨਾਂ ਤੋਂ ਸਿੱਖ ਕੇ ਅੱਗੇ ਵਧਣ ਵੱਲ ਦੀ ਲੋੜ ਹੁੰਦੀ ਹੈ। ਤੇ ਮੈਨੂੰ ਲੱਗਦਾ ਕਿ ਚੀਫ ਮਿਨਿਸਟਰ ਨੂੰ ਖੁਦ ਮਤਲਬ ਆ ਕੇ ਬਾਹਰ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ, ਔਰ ਬੇਸ਼ੱਕ ਉਹਦੇ ਨਾਲ ਆਪਣੇ ਸੀਨੀਅਰ ਮਿਨਿਸਟਰਸ ਨੂੰ ਬਿਠਾਏ, ਸੀਨੀਅਰ ਆਫੀਸਰਸ ਨੂੰ ਬਿਠਾਣ ਤੇ ਸਾਰੀਆਂ ਗੱਲਾਂ ਜਿਹੜੇ ਵੀ ਲੋਕਾਂ ਦੇ ਮਨਾਂ 'ਚ ਨੇ, ਜੋ ਮੀਡੀਆ ਰਾਹੀਂ ਸ਼ੰਕਾਵਾਂ ਆ ਰਹੀਆਂ ਨੇ ਸਾਰੀਆਂ, ਉਹਦੇ ਵਿੱਚ ਉਹਨਾਂ ਦਾ ਜਿਹੜਾ ਵੀ ਹੱਲ ਹੈ, ਜੋ ਸਮਾਧਾਨ ਹੈ, ਉਹ ਉਹਨਾਂ ਨੂੰ ਦੇਣਾ ਚਾਹੀਦਾ। ਦੇਖੋ, ਜਿੱਥੋਂ ਤੱਕ ਸਵਾਲ ਅੰਮ੍ਰਿਤਪਾਲ ਸਿੰਘ ਦੀ ਅਪਰੋਚ ਦਾ ਹੈ, ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੂੰਗਾ, ਜੇ ਕਿਧਰੇ ਉਹ ਇਹਨਾਂ ਇਸ ਤਰ੍ਹਾਂ ਦੀਆਂ ਬਹਿਸਾਂ ਨੂੰ, ਡਿਸਕਸ਼ਨਸ ਨੂੰ ਸੁਣਦੇ ਹੋਣ, ਤਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ 29 ਸਾਲ ਦੀ ਉਮਰ ਦੇ ਵਿੱਚ ਉਹ ਮੈਚਿਓਰਿਟੀ ਨਾਲ ਅੱਗੇ ਨਹੀਂ ਵੱਧ ਸਕਦੇ ਜਿਹੜੀ ਮੈਚਿਓਰਿਟੀ ਦਰਕਾਰ ਹੁੰਦੀ ਆ ਬਹੁਤ ਵੱਡੀਆਂ ਮੂਵਮੈਂਟਸ ਨੂੰ ਅੱਗੇ ਲਿਜਾਣ ਲਈ। ਸਾਡੇ ਇੱਥੇ ਬਹੁਤ ਸਾਰੇ ਮਸਲੇ ਨੇ। ਤੁਸੀਂ ਜੇਕਰ ਸਟੇਟ ਨਾਲ ਕੋਈ ਨੈਗੋਸੀਏਸ਼ਨ 'ਚ ਜਾਣਾ ਹੈ, ਆਪਣੀ ਕੋਈ ਡੈਮੋਕ੍ਰੈਟਿਕ ਤਰੀਕੇ ਨਾਲ ਤਾਕਤ ਵਿਖਾਉਣੀ ਆ, ਚੰਡੀਗੜ੍ਹ ਦਾ ਮਾਮਲਾ ਫਸਿਆ ਪਿਆ, ਪੰਜਾਬ ਦੇ ਪਾਣੀਆਂ ਤੋਂ ਲੈ ਕੇ ਐਸੇ ਬਹੁਤ ਸਾਰੇ ਮਾਮਲੇ ਆ ਜਿਹੜੇ ਫੈਡਰਲ ਢਾਂਚੇ ਦੇ ਅੰਤਰਗਤ ਬੜੀ ਖੂਬਸੂਰਤੀ ਨਾਲ ਸਟਰਗਲ ਤੇ ਅੱਗੇ ਲਿਆਂਦੇ ਜਾ ਸਕਦੇ ਆ। ਤੁਸੀਂ ਪੋਲੀਟੀਕਲ ਪੱਧਰ ਤੇ ਵਿਚਰ ਸਕਦੇ ਹੋ, ਇਸ ਖਿੱਤੇ ਦੀ ਖੁਦਮੁਖਤਾਰੀ ਲਈ, ਆਰਥਿਕਤਾ ਲਈ, ਇੱਥੋਂ ਦੇ ਬੱਚਿਆਂ ਲਈ, ਇੱਥੋਂ ਦੇ ਧਰਮਾਂ ਲਈ ਲੜ ਸਕਦੇ ਹੋ, ਤੁਹਾਨੂੰ ਰੋਕਦਾ ਕੌਣ ਹੈ। ਪਰ ਤੁਸੀਂ ਜਿਸ ਤਰੀਕੇ ਦੀ ਗੱਲਾਂ ਕਰ ਰਹੇ ਹੋ, ਤੁਸੀਂ ਕਿਸੇ ਸੈਂਟਰਲ ਏਜੰਸੀ, ਨਿਊਜ਼ ਏਜੰਸੀ ਨੂੰ ਇੰਟਰਵਿਊ ਦੇ ਵਿੱਚ ਇਹ ਕਹਿ ਦਿੰਦੇ ਹੋ ਕਿ ਮੈਂ ਤਾਂ ਜੀ ਭਾਰਤ ਦਾ ਨਾਗਰਿਕ ਹੀ ਨਹੀਂ ਹੈਗਾ, ਇਹ ਤਾਂ ਇੱਕ ਟਰੈਵਲ ਡਾਕੂਮੈਂਟ ਹੁੰਦਾ, ਪਾਸਪੋਰਟ। ਇਹ ਚੀਜ਼ਾਂ ਸ਼ਾਇਦ ਇਹਦੀ ਲੋੜ ਨਹੀਂ। ਦੂਜੀ ਗੱਲ, ਜੇਕਰ ਤੁਹਾਡੇ 'ਚ ਕੋਈ ਕ੍ਰਿਸ਼ਮਾਈ ਤਾਕਤ ਹੈ ਕਿ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਕੁਵਤ ਰੱਖਦੇ ਹੋ, ਤੁਹਾਡੇ 'ਚ ਸਮਰੱਥਾ ਹੈ, ਤਾਂ ਇਹਨੂੰ ਬਿਹਤਰ ਪਾਸੇ ਲਾਇਆ ਜਾ ਸਕਦਾ। ਤੁਸੀਂ ਸਿਰਫ ਤੇ ਸਿਰਫ ਹਿਸਟਰੀ ਪੜ੍ਹ ਕੇ, ਇਤਿਹਾਸ ਦੇ ਵਿੱਚ ਗੇੜਾ ਮਾਰ ਕੇ ਤੇ ਉਹਦਾ ਰੂਪਾਂਤਰਨ ਇਸ ਦੌਰ 'ਚ ਨਹੀਂ ਕਰ ਸਕਦੇ ਕਿ ਤੁਸੀਂ ਲੜੋਗੇ ਮਰੋਗੇ। ਤੁਸੀਂ ਇਸ ਲੜਾਈ ਨੂੰ ਅਜੋਕੇ ਤਰੀਕਿਆਂ ਨਾਲ ਅੱਗੇ ਵਧਾ ਸਕਦੇ ਹੋ, ਔਰ ਉਹ ਤੁਹਾਡੇ ਲਈ ਪੁਰਾਣੇ ਬੰਦੇ, ਸਮਰੱਥ ਬੰਦੇ, ਸਿਆਣੇ ਬੰਦੇ, ਉਹਨਾਂ ਨਾਲ ਸੰਗਤ ਕਰਨੀ, ਉਹਨਾਂ ਨਾਲ ਗੱਲਬਾਤ ਕਰਨੀ ਬੜੀ ਜ਼ਰੂਰੀ ਹੋਊਗੀ। ਇੱਕ ਪੋਲੀਟੀਕਲ ਵੈਕਿਊਮ ਆ, ਉਹ ਵੈਕਿਊਮ ਦੇ ਵਿੱਚ ਤੁਹਾਨੂੰ ਸਪੇਸ ਮਿਲ ਰਹੀ ਹੈ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਖੁਦਕੁਸ਼ੀ ਕਰੋ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਇਸ ਪਾਸੇ ਤੋਰ ਦਿਓ। ਤੁਸੀਂ ਇਹ ਗੱਲ ਕਹੀ ਹੈ ਅੰਮ੍ਰਿਤਪਾਲ ਜੀ, ਤੁਸੀਂ ਇਹ ਗੱਲ ਕਹੀ ਹੈ ਕਿ ਮੈਨੂੰ ਕਿਹਾ ਜਾਂਦਾ ਕਿ ਮੈਂ ਪੁੱਤ ਮਰਵਾਉਂਗਾ ਲੋਕਾਂ ਦੇ, ਮੈਂ ਹਰ ਜਗ੍ਹਾ ਅੱਗੇ ਹੋ ਕੇ ਖੜਦਾ। ਤੁਸੀਂ ਇਕੱਲੇ ਕੁਝ ਨਹੀਂ ਹੈ। ਸਟੇਟ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅੰਮ੍ਰਿਤਪਾਲ 1 ਹੈ ਜਾਂ 5 ਲੱਖ ਹੈ। ਗੋਲੀ ਕਿੱਥੋਂ ਤੇ ਕਿਵੇਂ ਚੱਲੀ, ਸਵਾਲ ਇਸ ਗੱਲ ਦਾ ਹੈ। ਤੇ ਗੋਲੀ ਚੱਲਣ ਲਈ ਬਣੀ ਹੈ। ਸਟੇਟ ਕੋਲੇ ਅਖਤਿਆਰਾਤ ਹੈ, ਉਹ ਕਿਸੇ ਨੂੰ ਕੁਚਲ ਸਕੇ। ਸੋ ਮੈਨੂੰ ਲੱਗਦਾ ਹੈ ਕਿ ਇਹ ਲੜਾਈ
ਇਹ ਲੜਾਈ ਸਿਰ ਨਾਲ ਵੀ ਲੜੀ ਜਾਣੀ ਚਾਹੀਦੀ ਹੈ। ਪੰਜਾਬ ਦੇ ਬੜੇ ਮਸਲੇ ਆ ਜਿਹਨੂੰ ਤੁਸੀਂ ਡੈਮੋਕ੍ਰੈਟਿਕ ਵੇ ਨਾਲ ਅੱਗੇ ਵਧਾ ਸਕਦੇ ਹੋ, ਤੁਸੀਂ ਚੇਂਜ ਲਿਆ ਸਕਦੇ ਹੋ, ਔਰ ਚੇਂਜ ਦੇ ਵਿੱਚ ਸਕਾਰਾਤਮਕਤਾ ਬਣੀ ਰਹਿਣੀ ਚਾਹੀਦੀ ਆ, ਔਰ ਇਹਦੇ ਨਾਲ ਨਾਲ ਤੁਹਾਡਾ ਵਿਜ਼ਨ ਵੱਡਾ ਹੋਣਾ ਚਾਹੀਦਾ। ਇੱਕ ਨਾਰਾ, ਜਿਸ ਨਾਰੇ ਦੇ ਉੱਤੇ ਬਹੁਤ ਸਾਰੇ ਪਿੱਛੇ ਲੋਕ ਖੜੇ ਹੋ ਜਾਂਦੇ ਆ, ਉਸ ਨਾਰੇ ਦੇ ਅੱਗੇ ਰਿਜ਼ਲਟ ਕੀ ਆ ਉਹ ਜ਼ਰੂਰ ਦੇਖ ਲਓ। ਤੁਹਾਨੂੰ ਕੋਈ ਨਹੀਂ ਰੋਕਦਾ ਕਿ ਤੁਸੀਂ ਕੀ ਕਹਿਣਾ ਕੀ ਕਰਨਾ ਹੈ, ਪਰ ਇਹਦੇ ਨਾਲ ਇਨ ਟੋਟੈਲਿਟੀ ਅਸਰ ਕੀ ਜਾ ਰਿਹਾ ਇਹ ਜ਼ਰੂਰ ਦੇਖੋ। ਪਰ ਮੈਂ ਕਿਉਂ ਇਹ ਭਾਸ਼ਣ ਕਰ ਰਿਹਾ, ਮੈਂ ਇਹ ਗੱਲ ਕਿਉਂ ਕਰ ਰਿਹਾ, ਮੈਂ ਇਹਦੇ ਵਿੱਚ ਜ਼ਰੂਰ ਅੱਗੇ ਜਾਣਾ ਚਾਹੂੰਗਾ ਇਸੇ ਮਾਮਲੇ ਨੂੰ ਲੈ ਕੇ। ਭਾਸਕਰ ਸਾਹਿਬ ਪਹਿਲਾਂ ਕੁਝ ਕਹਿਣਾ ਚਾਹ ਰਹੇ ਸੀ। ਭਾਸਕਰ ਸਾਹਿਬ ਜੀ। ਜਿੱਥੇ ਤੱਕ ਅੰਮ੍ਰਿਤਪਾਲ ਉਹਨਾਂ ਦੇ ਮੁੱਦੇ ਦੀ ਗੱਲ ਹੈ, ਤੁਸੀਂ ਅਗਰ ਸਾਰੀ ਪੋਲੀਟੀਕਲ ਪਾਰਟੀਆਂ ਦੇ ਬਿਆਨਾਂ ਨੂੰ ਧਿਆਨ ਵਿੱਚ ਲਿਆਈਏ ਤੇ ਸਾਰਿਆਂ ਨੇ ਉਸ ਗੱਲ ਨੂੰ ਕ੍ਰਿਟੀਸਾਈਜ਼ ਕੀਤਾ ਹੈ ਔਰ ਸਰਕਾਰ ਤੋਂ ਅਪੀਲ ਕੀਤੀ ਹੈ ਵੀ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ। ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ। ਇਸ ਮੁੱਦੇ ਦੇ ਉੱਤੇ ਤਕਰੀਬਨ ਸਾਰੀ ਪੋਲੀਟੀਕਲ ਪਾਰਟੀਆਂ ਇੱਕਮਤ ਹੈਗੀਆਂ। ਹੁਣ ਜਿਹੜੀ ਪੋਲੀਟੀਕਲ ਪਾਰਟੀ ਨੇ ਐਕਸ਼ਨ ਲੈਣਾ ਹੈ, ਯਾਨੀ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ, ਮੁੱਖ ਮੰਤਰੀ 48 ਘੰਟੇ ਬਾਅਦ ਇਸ ਮੁੱਦੇ ਦੇ ਉੱਤੇ ਕੁਝ ਬੋਲਦੇ ਨੇ, ਔਰ ਬੋਲਦੇ ਵੀ ਕੀ ਨੇ ਕਿ ਉਹ ਲੋਕ ਜਿਹੜੇ ਪਾਲਕੀ ਸਾਹਿਬ ਦਾ ਸਹਾਰਾ ਲੈ ਕੇ ਉਸ ਧਰਨੇ ਦੇ ਉੱਤੇ ਗਏ ਸੀ ਉਹ ਪੰਜਾਬ ਦੇ ਵਾਰਿਸ ਨਹੀਂ ਹੋ ਸਕਦੇ। ਸਰਕਾਰ ਨੇ ਕੀ ਐਕਸ਼ਨ ਲਿੱਤਾ, ਸਰਕਾਰ ਕੀ ਐਕਸ਼ਨ ਲੈਣ ਜਾ ਰਹੀ ਹੈ, ਉਹਦਾ ਜ਼ਿਕਰ ਆਪਣੀ ਸਟੇਟਮੈਂਟ ਦੇ ਵਿੱਚ ਮੁੱਖ ਮੰਤਰੀ ਨੇ ਨਹੀਂ ਕੀਤਾ। ਡੀਜੀਪੀ ਸਾਹਿਬ ਵੀ ਜਦ ਇਸ ਮੁੱਦੇ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਇਹ ਤੇ ਗੱਲ ਕਹਿੰਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਅਸੀਂ ਉੱਥੇ ਐਕਸ਼ਨ ਮੋਡ ਦੇ ਵਿੱਚ ਨਹੀਂ ਆਏ, ਸਥਿਤੀ ਖਰਾਬ ਹੋ ਸਕਦੀ ਸੀ। ਇਹ ਗੱਲ ਉਹਨਾਂ ਦੀ ਠੀਕ ਹੈ, ਪਰ ਉਸ ਤੋਂ ਬਾਅਦ ਦਬਾਅ ਦੇ ਵਿੱਚ ਆ ਕੇ ਅਗਰ ਤੁਸੀਂ ਲਵਪ੍ਰੀਤ ਨੂੰ ਛੱਡਿਆ ਤੇ ਉਹ ਫੜਿਆ ਕਿਉਂ ਸੀ, ਇਹਨਾਂ ਮੁੱਦਿਆਂ ਦੇ ਜਵਾਬ ਹਜੇ ਤੱਕ ਨਹੀਂ ਦਿੱਤੇ। ਹੁਣ ਅੱਗੇ ਚੱਲ ਕੇ ਉਹ 52 ਵੀਡੀਓ ਦੇਖਣ ਤੋਂ ਬਾਅਦ ਕੀ ਐਕਸ਼ਨ ਮੋਡ ਦੇ ਵਿੱਚ ਆਣਗੇ। ਲੱਗਦਾ ਤੇ ਹੈ ਕਿ ਕੱਲ 3 ਘੰਟੇ ਦੀ ਮੀਟਿੰਗ ਦੇ ਵਿੱਚ ਡੀਜੀਪੀ ਕੁਝ ਫੈਸਲਾ ਲੈਣ ਦੇ ਮੂਡ ਵਿੱਚ ਸੀਗੇ। ਇਹ ਫੈਸਲਾ ਦਬਾਅ ਦੇ ਵਿੱਚ ਲੈਣਾ ਪੈ ਰਿਹਾ ਹੈ ਜਾਂ ਇਹ ਫੈਸਲਾ ਲੈਣਾ ਹੀ ਪੈਣਾ ਸੀਗਾ, ਇਹ ਵੀ ਸਵਾਲ ਖੜਾ ਹੋਇਆ। ਔਰ ਉਸ ਮੁੱਦੇ ਦੇ ਉੱਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਜ਼ੈਂਸ ਉਸ ਧਰਨੇ ਦੇ ਵਿੱਚ, ਉਹਦੇ ਵਿੱਚ ਅਕਾਲ ਤਖਤ ਨੂੰ ਸਟੈਂਡ ਲੈਣਾ ਚਾਹੀਦਾ ਸੀ ਔਰ ਅਕਾਲ ਤਖਤ ਨੇ ਕੱਲ ਇੱਕ ਸਟੈਂਡਿੰਗ ਕਮੇਟੀ ਬਣਾਤੀ। ਉਸ ਸਟੈਂਡਿੰਗ ਕਮੇਟੀ ਨੂੰ 15 ਦਿਨ ਦਾ ਟਾਈਮ ਦੇ ਦਿੱਤਾ ਕਿ 15 ਦਿਨ ਤੋਂ ਬਾਅਦ ਅਸੀਂ ਦੱਸਾਂਗੇ ਵੀ ਇਸ ਤਰ੍ਹਾਂ ਦੀ ਹਰਕਤਾਂ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਹਰ ਵਿਅਕਤੀ ਇਸ ਮੁੱਦੇ ਦੇ ਉੱਤੇ ਘੱਟ ਬੋਲ ਕੇ ਅੱਗੇ ਵਧਣ ਦੇ ਵਿੱਚ ਡਰ ਕਿਉਂ ਰਿਹਾ, ਸਵਾਲ ਇਹ ਪੈਦਾ ਹੁੰਦਾ। ਤੁਸੀਂ ਕੁਝ ਕਹਿ ਰਹੇ ਸੀਗੇ ਰੰਧਾਵਾ ਜੀ। ਭਾਸਕਰ ਸਾਹਿਬ, ਜਿਹੜੀ ਗੱਲ ਮੁੱਖ ਮੰਤਰੀ ਦੇ ਪਬਲਿਕ ਤੌਰ ਤੇ ਕਹਿਣ ਦੀ ਗੱਲ ਕਾਰਵਾਈ ਦੀ, ਇਹ ਕਦੇ ਕਹੀ ਨਹੀਂ ਜਾਂਦੀ। ਦੂਜੇ ਬੰਨੇ ਡੀਜੀਪੀ ਮੂਡ 'ਚ ਹੋਣ ਨਹੀਂ ਹੋਣ, ਡੀਜੀਪੀ ਕਦੇ ਵੀ ਮੂਡ 'ਚ ਨਹੀਂ ਹੁੰਦੇ। ਡੀਜੀਪੀ ਸਰਕਾਰਾਂ ਵੱਲ ਵੇਖਦੇ ਆ, ਉਹ ਸਰਕਾਰ ਦਾ ਫੈਸਲਾ ਹੁੰਦਾ ਕਿ ਕਿਸ ਮਾਮਲੇ 'ਚ ਕੀ ਕਾਰਵਾਈ ਕਰਨੀ ਆ। ਹਾਲਾਂਕਿ ਇਹ ਸਾਡੀ ਰਵਾਇਤ ਆ, ਹਾਲਾਂਕਿ ਡੀਜੀਪੀ ਜਾਂ ਪੁਲਿਸ ਨੂੰ ਅਮਨ ਕਾਨੂੰਨ ਦੇ ਨਜ਼ਰੀਏ ਤੋਂ ਜਿੱਥੇ ਵੀ ਕਿਧਰੇ ਕਾਨੂੰਨ ਭੰਗ ਹੋ ਰਿਹਾ ਉੱਥੇ ਕਾਰਵਾਈ ਕਰਨੀ ਬਣਦੀ, ਕਿਸੇ ਸਰਕਾਰ ਤੋਂ ਪਰਮਿਸ਼ਨ ਲਏ ਬਿਨਾ, ਕਿਸੇ ਵੀ ਸਰਕਾਰ ਦਾ ਮੂੰਹ ਵੇਖੇ ਬਿਨਾ ਕਾਰਵਾਈ ਕਰਨੀ ਚਾਹੀਦੀ ਹੈ। ਲੇਕਿਨ ਇੱਥੇ ਇਹ ਸਵਾਲ ਬਹੁਤ ਵੱਡਾ ਹੈ ਕਿ ਤੁਸੀਂ ਇਹਦੇ ਚੋਂ ਸਿਆਸੀ ਫਾਇਦਾ ਨੁਕਸਾਨ ਤਾਂ ਨਹੀਂ ਤੱਕ ਰਹੇ। ਇੱਥੇ ਤੁਸੀਂ ਇੱਕ ਸਵਾਲ ਉਠਾਇਆ, ਬਹੁਤ ਅਹਿਮ ਸਵਾਲ ਆ। ਸ਼ੁਰੂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਵਿੱਚ ਵਿਚਾਲੇ ਵਾਲਾ ਗੋਲਮੋਲ ਸਟੇਟਮੈਂਟ ਦੇ ਦਿੰਦੇ ਆ ਔਰ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੋਂ ਫਲੋਟ ਕਰਦੇ ਆ। ਉਹ ਜਿਹੜੀ ਸਟੇਟਮੈਂਟ ਸੀ, ਨਾ ਉਹਦਾ ਉੱਪਰੋਂ ਨਾ ਥੱਲਿਓਂ ਕੁਝ ਵੀ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਤਰ੍ਹਾਂ ਦੇ ਵਿੱਚ ਵਿਚਾਲੇ ਵਾਲੇ ਬਿਆਨ ਤੇ ਨਹੀਂ ਆਉਣਾ ਚਾਹੀਦਾ। ਤੁਸੀਂ ਹਰ ਧਿਰ ਨੂੰ ਖੁਸ਼ ਨਹੀਂ ਰੱਖ ਸਕਦੇ। ਤੁਹਾਨੂੰ ਉਸ ਅਹੁਦੇ, ਉਸ ਜਗ੍ਹਾ ਦੀ ਮਾਣ ਮਰਿਆਦਾ ਦੇ ਲਈ ਖੜਨਾ ਹੈ। ਤੁਸੀਂ ਫੈਸਲਾ ਕਰੋ ਠੀਕ ਹੈ ਜਾਂ ਨਹੀਂ ਠੀਕ ਹੈ। ਜਦੋਂ ਅਕਾਲੀ ਦਲ ਇਹਦੇ ਉੱਤੇ ਸਾਫ਼ ਸਟੈਂਡ ਲੈ ਲੈਂਦਾ, ਮੈਂ ਇੱਥੇ ਬਿਕਰਮ ਮਜੀਠੀਆ ਦੀ ਸਿਫਤ ਕਰਨਾ ਚਾਹੂੰਗਾ। ਬਿਕਰਮ ਮਜੀਠੀਆ ਪੂਰੇ ਅਕਾਲੀ ਦਲ ਦੇ ਵਿੱਚੋਂ ਪਹਿਲੇ ਵਿਅਕਤੀ ਆ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੀ ਅਨਸਰ ਦੀ ਲੋੜ, ਇੱਥੇ ਸਾਨੂੰ ਸਟੈਂਡ ਲੈਣਾ ਪਊਗਾ। ਕਿੰਨੇ ਕੁ ਅਸੀਂ ਆਪਣੇ ਵਰਗ ਗਵਾ ਸਕਦੇ ਹਾਂ, ਕਿਸਾਨੀ ਗਵਾ ਸਕਦੇ ਹਾਂ, ਪੰਥਕ ਗਵਾ ਸਕਦੇ ਹਾਂ, ਲੇਕਿਨ ਅਸੀਂ ਪੋਲੀਟੀਕਲੀ ਕਰੈਕਟ ਹੈ ਕਿ ਨਹੀਂ, ਇਹ ਇਤਿਹਾਸ ਵਿੱਚ ਫੈਸਲੇ ਹੁੰਦੇ ਆ ਔਰ ਅਸੀਂ ਉੱਥੇ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਬਿਕਰਮ ਮਜੀਠੀਆ ਸਭ ਤੋਂ ਪਹਿਲਾਂ ਇਹਦੇ ਉੱਤੇ ਸਟੈਂਡ ਲੈਂਦੇ ਆ। ਉਸ ਤੋਂ ਬਾਅਦ ਅਕਾਲੀ ਦਲ ਇੱਥੇ ਸੁਖਬੀਰ ਸਿੰਘ ਬਾਦਲ ਸਟੈਂਡ ਲੈਂਦੇ ਆ। ਬਿਕਰਮ ਮਜੀਠੀਆ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕਰਦੇ ਆ। ਸੁਖਬੀਰ ਬਾਦਲ ਸੇਮ ਡੇ 15 ਮਿੰਟ ਦੇ ਵਕਫੇ ਦੇ ਵਿੱਚ ਚੰਡੀਗੜ੍ਹੋਂ ਆਪਣੇ ਸਾਥੀਆਂ ਨਾਲ ਇਹਦੇ ਉੱਤੇ ਬੋਲਦੇ ਆ। ਅਕਾਲ ਤਖਤ ਦੇ ਜਥੇਦਾਰ ਦੀ ਸਟੇਟਮੈਂਟ ਉਦੋਂ ਤੱਕ ਆ ਚੁੱਕੀ ਹੁੰਦੀ ਆ, ਲੇਕਿਨ ਉਹਦੇ 24 ਘੰਟਿਆਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਾਇਦ ਇਸ ਅਸਰ ਥੱਲੇ ਕਿ ਅਕਾਲੀ ਦਲ ਕੁਝ ਹੋਰ ਕਹਿ ਰਿਹਾ, ਸ਼੍ਰੋਮਣੀ ਕਮੇਟੀ ਹੋਰ ਕੁਝ ਕਹਿ ਰਹੀ ਆ, ਜਥੇਦਾਰ ਸਾਹਿਬ ਇੱਕ ਕਮੇਟੀ ਦਾ ਗਠਨ ਕਰ ਦਿੰਦੇ ਆ। ਇਹਦੇ ਨਾਲ ਉਹਨਾਂ ਦੀ ਸ਼ਾਖ ਜਿਹੜੀ ਆ, ਉਹਨਾਂ ਦਾ ਅਕਸ ਜਿਹੜਾ, ਉਹ ਕੋਈ ਬਹੁਤ ਵਧੀਆ ਨਹੀਂ ਗਿਆ। ਖੈਰ ਅਸੀਂ ਕੌਣ ਹੁੰਨੇ, ਮੈਂ ਇਸ ਗੱਲ ਤੇ ਮਾਫੀ ਮੰਗ ਲੈਣਾ। ਉਹ ਧਾਰਮਿਕ ਆਗੂ ਨੇ, ਉਹ ਧਾਰਮਿਕ ਸਰਬਰਾਹ ਨੇ, ਅਸੀਂ ਕਦੇ ਆਲੋਚਨਾ ਨਹੀਂ ਕਰ ਸਕਦੇ, ਪਰ ਕੋਰਟਾਂ ਦੇ ਫੈਸਲਿਆਂ ਦੇ ਉੱਤੇ ਵੀ ਆਲੋਚਨਾ ਤਾਂ ਹੋ ਸਕਦੀ ਹੁੰਦੀ ਆ। ਉਸੇ ਨਜ਼ਰੀਏ ਤੋਂ ਅਸੀਂ ਇਹ ਗੱਲ ਕਹਿ ਰਹੇ ਹਾਂ
ਮੈਂ ਇਹਦੇ ਵਿੱਚ ਇੰਦਰਪ੍ਰੀਤ ਜੀ ਥੋੜਾ ਜਿਹਾ ਅੱਗੇ ਜਾਣਾ ਚਾਹੂੰਗਾ ਹੁਣ। ਜੇਕਰ ਇਸ ਵਿਸ਼ੇ ਤੇ ਤੁਸੀਂ ਕੋਈ ਆਖਰੀ ਗੱਲ ਕਹਿਣੀ ਤਾਂ ਜ਼ਰੂਰ ਕਹੋ, ਨਹੀਂ ਤੇ ਜਿਹੜਾ ਮੈਂ ਬਸ ਸਰਕਾਰ ਬਨਾਮ ਗਵਰਨਰ। ਹਾਂ, ਮੈਂ ਜਸ ਇੱਕ ਗੱਲ ਹੀ ਇਹੀ ਕਹਿਣੀ ਸੀ, ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ ਵੀ ਚੀਫ ਮਿਨਿਸਟਰ ਨੂੰ ਸਟੈਂਡ ਲੈਣਾ ਚਾਹੀਦਾ ਹੈ, ਤਾਂ ਉੱਥੇ ਹੀ ਨਾਲ ਦੀ ਨਾਲ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਵੀ ਇਹੀ ਤਵੱਕੋ ਕਰਦਾ ਸੀ ਕਿ ਉਹ ਵੀ ਇੱਕ ਸਟੈਂਡ ਲੈਣ, ਕਿਉਂਕਿ ਜਿਹੜੇ ਧਾਰਮਿਕ ਇਸ਼ੂਜ਼ ਲਈ ਲੋਕ ਉਹਨਾਂ ਵੱਲ ਦੇਖਦੇ ਆ। ਜਦੋਂ ਅਸੀਂ ਕਹਿੰਦੇ ਆ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ, ਕੋਈ ਸੰਕਟ ਆਉਂਦਾ ਹੈ, ਤਾਂ ਅਸੀਂ ਅਕਾਲ ਤਖਤ ਸਾਹਿਬ ਵੱਲ ਦੇਖਦੇ ਹਾਂ। ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੋਈ ਸਟੈਂਡ ਨਹੀਂ ਲੈ ਰਿਹਾ, ਤਾਂ ਮੈਨੂੰ ਲੱਗਦਾ ਕਿ ਫਿਰ ਇਹ ਵੀ ਸਥਿਤੀ ਉਦਾਂ ਦੀ ਹੈ ਜਿਸ ਤਰ੍ਹਾਂ ਦਾ ਸਟੈਂਡ ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਕਰਕੇ ਹੋਇਆ। ਸਟੈਂਡ ਤਾਂ ਜ਼ਰੂਰ ਲੈਣਾ ਚਾਹੀਦਾ, ਇਹ ਚ ਕੋਈ ਦੋ ਰਾਏ ਨਹੀਂ ਤੁਹਾਡੀ। ਹਾਂ, ਤੁਸੀਂ ਅੱਗੇ ਗੱਲ ਕਰ ਰਹੇ ਹੋ। ਇਹ ਆਪਾਂ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਮੈਂ ਇੱਕ ਜਾਣਕਾਰੀ ਸਾਂਝੀ ਜ਼ਰੂਰ ਕਰਾਂ ਕਿ ਅੱਜ ਸਵੇਰੇ, ਕਿਉਂਕਿ ਅੱਜ 26 ਤਰੀਕ ਹੈ ਤੇ ਸੀਬੀਆਈ ਨੇ ਸਮਾਂ ਦਿੱਤਾ ਹੋਇਆ ਮਨੀਸ਼ ਸਿਸੋਦੀਆ, ਦਿੱਲੀ ਦੇ ਉਪ ਮੁੱਖ ਮੰਤਰੀ, ਔਰ ਕਿਉਂਕਿ ਪੰਜਾਬ ਨਾਲ ਬੜਾ ਗੂੜ ਨਾਤਾ ਹੈ ਤੇ ਬੜਾ ਨੇੜੇ ਦਾ ਨਾਤਾ, ਇਹ ਐਕਸਾਈਜ਼ ਪਾਲਿਸੀ ਦੀਆਂ ਤਾਰਾਂ ਇੱਥੇ ਵੀ ਜੁੜਦੀਆਂ ਉੱਥੇ ਵੀ, ਇਹਦੇ ਉੱਤੇ ਕਿਸੇ ਵੇਲੇ ਕਿਸੇ ਵੀ ਜਗ੍ਹਾ ਕੋਈ ਕਾਰਵਾਈ ਦੀ ਸੰਭਾਵਨਾ ਰਹਿੰਦੀ ਹੈ। ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਸੱਦਿਆ, ਲੇਕਿਨ ਉਹ ਜਾਣ ਤੋਂ ਪਹਿਲਾਂ ਕੀ ਕਹਿ ਰਿਹਾ, ਉਹ ਕਹਿੰਦੇ ਜੇ ਮੈਨੂੰ ਪ੍ਰਵਾਹ ਨਹੀਂ ਕੋਈ 4 ਮਹੀਨੇ, ਮੈਨੂੰ ਕੁਝ ਮਹੀਨੇ ਜੇਲ੍ਹ 'ਚ ਰਹਿਣਾ ਪਏ। ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜੀ। ਉਹ ਕਹਿੰਦੇ ਅੱਜ ਫਿਰ ਤੋਂ ਸੀਬੀਆਈ ਕੋਲ ਜਾ ਰਿਹਾ, ਪੂਰੀ ਜਾਂਚ 'ਚ ਪੂਰਾ ਸਹਿਯੋਗ ਕਰਾਂਗਾ, ਲੱਖਾਂ ਬੱਚਿਆਂ ਦਾ ਪਿਆਰ ਤੇ ਕਰੋੜਾਂ ਦੇਸ਼ ਵਾਸੀਆਂ ਦਾ ਆਸ਼ੀਰਵਾਦ ਮੇਰੇ ਨਾਲ, ਭਾਵੇਂ ਮੈਨੂੰ ਕੁਝ ਮਹੀਨੇ ਜੇਲ੍ਹ 'ਚ ਰਹਿਣਾ ਪਵੇ, ਮੈਨੂੰ ਕੋਈ ਪਰਵਾਹ ਨਹੀਂ। ਉਹ ਭਗਤ ਸਿੰਘ ਦਾ ਚੇਲਾ ਹੈ, ਦੇਸ਼ ਲਈ ਭਗਤ ਸਿੰਘ ਨੂੰ ਫਾਂਸੀ ਤੇ ਚੜ੍ਹ ਗਏ ਸਨ, ਅਜਿਹੇ ਝੂਠੇ ਇਲਜ਼ਾਮਾਂ ਕਾਰਨ ਜੇਲ੍ਹ ਜਾਣਾ ਤਾਂ ਛੋਟੀ ਜਿਹੀ ਗੱਲ ਹੈ। ਇਹਦਾ ਮਤਲਬ ਤਵੱਕੋ ਹੈ, ਉਹਨਾਂ ਨੂੰ ਅੰਦੇਸ਼ਾ ਹੈ, ਲੱਗਦਾ ਹੈ ਕਿ ਸੀਬੀਆਈ ਉਹਨਾਂ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ। ਇੰਦਰਪ੍ਰੀਤ ਜੀ, ਆਪਾਂ ਅੱਗੇ ਚੱਲੀਏ ਤੇ ਵੀ ਟਿੱਪਣੀ ਤੁਸੀਂ ਦੋਵੇਂ ਅੱਗੇ ਜਾ ਕੇ ਦਿਓ, ਲੇਕਿਨ ਮੈਂ ਉਸ ਤੋਂ ਪਹਿਲਾਂ ਜਿਹੜੀ ਪੰਜਾਬ ਸਰਕਾਰ ਤੇ ਗਵਰਨਰ ਦੇ ਵਿੱਚ ਇੱਕ ਟਸਲ ਹੈ ਉਹਦੇ ਤੇ ਜਾਣਾ ਚਾਹੂੰਗਾ। ਹੁਣ ਸਥਿਤੀ ਕੀ ਹੈ, ਜਰਾ ਦੱਸਿਓ। ਦੇਖੋ, ਹਜੇ ਵੀ ਸਥਿਤੀ ਉਸੇ ਤਰ੍ਹਾਂ ਦੀ ਹੈ। ਹਜੇ ਦੋਨੋਂ ਤਰਫ ਤੋਂ ਕੋਈ ਮਤਲਬ ਉਹ ਨਹੀਂ, ਕੋਈ ਪਹਿਲ ਨਹੀਂ ਹੋਈ ਹੈਗੀ, ਨਾ ਹੀ ਗਵਰਨਮੈਂਟ ਸਾਈਡ ਤੋਂ ਹੋਈ ਹੈ, ਨਾ ਹੀ ਗਵਰਨਰ ਵਾਲੀ ਸਾਈਡ ਤੋਂ ਹੋਈ ਹੈ। ਗਵਰਨਰ ਸਾਹਿਬ ਵੀ ਦਿੱਲੀ ਗਏ ਹੋਏ ਨੇ। ਕੱਲ ਇਹ ਜ਼ਰੂਰ ਲੱਗ ਰਿਹਾ ਸੀਗਾ ਕਿ ਸ਼ਾਇਦ ਜਿਹੜੀ ਇਹਨਾਂ ਨੇ ਆਪਣੀ ਲੀਗਲ ਟੀਮ ਨੂੰ ਸਰਕਾਰ ਨੇ ਕਿਹਾ ਕਿ ਤੁਸੀਂ ਤਿਆਰੀ ਕਰੋ, ਆਪਾਂ ਸੁਪਰੀਮ ਕੋਰਟ ਦੇ ਵਿੱਚ ਇਹਦੇ ਲਈ ਜਾਣਾ ਹੈ, ਤੇ ਹਜੇ ਤੱਕ ਲੇਕਿਨ ਉਹ ਪੁਖਤਾ ਨਹੀਂ ਹੋਈ ਹੈ, ਗੱਲ ਬਾਹਰ ਨਹੀਂ ਆਈ ਹੈ, ਕਿਉਂਕਿ ਇਹ 'ਚ ਪੋਲੀਟੀਕਲ ਮੰਥਨ ਹਜੇ ਹੋਰ ਹੋ ਰਿਹਾ ਹੈ। ਉਸ 'ਚ ਇਹ ਵੀ ਇੱਕ ਚੱਲ ਰਹੀ ਹੈ ਗੱਲ ਕਿ ਕੀ ਇੱਕ ਕੈਬਨਿਟ ਦੀ ਮੀਟਿੰਗ ਹੋਰ ਬੁਲਾ ਕੇ ਇੱਥੇ ਭੇਜਿਆ ਜਾਏ ਤਾਂ ਕਿ ਆਪਣਾ ਕੇਸ ਉੱਥੇ ਸੁਪਰੀਮ ਕੋਰਟ 'ਚ ਮਜ਼ਬੂਤ ਕਰ ਲਿਆ ਜਾਏ। ਇਹ ਕੱਲ ਮੇਰੀ ਬਹੁਤ ਕਈ ਅਫਸਰਾਂ ਨਾਲ ਗੱਲ ਹੋਈ ਸੀ, ਤਾਂ ਉਹਨਾਂ ਨੇ ਵੀ ਕੱਲ ਵੀ ਇਹੀ ਕਿਹਾ ਵੀ ਸਾਡੇ ਲੈਵਲ ਤੇ ਕੁਝ ਨਹੀਂ ਹੋ ਰਿਹਾ, ਅਸੀਂ ਤਾਂ ਉਹੀ ਕਰਾਂਗੇ ਜੋ ਉੱਪਰੋਂ ਆ ਗਿਆ ਹੁਕਮ, ਤੇ ਹਜੇ ਤੱਕ ਮੈਨੂੰ ਲੱਗਦਾ ਹੁਕਮ ਆਇਆ ਨਹੀਂ ਹੈ। ਜੋ ਕੱਲ ਰਾਤ ਤੱਕ ਦਾ ਡਿਸੀਜਨ ਸੀ, ਜਿਹੜਾ ਮੈਂ ਤੁਹਾਨੂੰ ਕੱਲ ਦੱਸ ਰਿਹਾ, ਉਹ ਉਦੋਂ ਤੱਕ ਤਾਂ ਹੁਕਮ ਆਇਆ ਨਹੀਂ, ਪਰ ਸਰਕਾਰਾਂ ਤਾਂ 24 ਘੰਟੇ ਹੀ ਕੰਮ ਕਰਦੀਆਂ ਰਹਿੰਦੀਆਂ ਨੇ। ਮੇ ਵੀ ਇਹਦੀ ਤਿਆਰੀ ਚੱਲ ਰਹੀ ਹੋਏ ਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਕਰ ਲਿਆ ਜਾਏ। ਉਹਨਾਂ ਨੇ ਆਪਣੀ ਲੀਗਲ ਟੀਮ ਨੂੰ ਤਾਂ ਇਹ ਕਹਿਤਾ ਹੈ ਕਿ ਇਹਦੀ ਤਿਆਰੀ ਕਰੋ, ਪਰ ਮੈਨੂੰ ਇਹ ਲੱਗਦਾ ਕਿ ਪਹਿਲਾਂ ਇੱਕ ਵਾਰੀ ਜ਼ਰੂਰ ਕੈਬਨਿਟ ਦੇ ਵਿੱਚ ਦੁਬਾਰਾ ਇਹ ਭੇਜਣਾ ਚਾਹੀਦਾ ਹੈ, ਜਾਂ ਫਿਰ ਜੋ ਗਵਰਨਰ ਸਾਹਿਬ ਨੇ ਜੋ ਸਵਾਲ ਪੁੱਛੇ ਨੇ, ਮੈਨੂੰ ਲੱਗਦਾ ਕਿ ਉਹ ਵੀ ਕੋਈ ਇੰਨੇ ਹੈ ਨਹੀਂ ਕਿ ਜਿਹਦੇ ਕੋਈ ਉੱਤਰ ਨਾ ਦਿੱਤੇ ਜਾ ਸਕਣ। ਜੇ ਉਹ ਵੀ ਦੇਖ ਕੇ ਕੰਮ ਸਰਦਾ ਹੋਵੇ ਤਾਂ ਇੱਥੇ ਹੀ ਉਹ ਵੀ ਸਾਰ ਲੈਣਾ ਚਾਹੀਦਾ ਹੈ। ਹਰ ਜਗ੍ਹਾ ਤੇ ਟਸਲ ਵਾਲੇ ਦਰਵਾਜ਼ੇ ਨਹੀਂ ਖੋਲਣੇ ਚਾਹੀਦੇ, ਕੁਝ ਪਿਆਰ ਮੁਹੱਬਤ ਨਾਲ ਵੀ ਖੁੱਲ ਜਾਂਦੇ ਆ ਦਰਵਾਜ਼ੇ। ਇੰਦਰਪ੍ਰੀਤ ਜੀ, ਇਹ ਟਕਰਾਅ ਇਕੱਲੇ ਪੰਜਾਬ ਦਾ ਥੋੜੀ ਆ। ਤੁਸੀਂ ਦੇਖੋ, ਸਿਸੋਦੀਆ ਨੂੰ ਅੱਜ ਸੱਦਿਆ, ਐਲਜੀ ਨਾਲ ਰੋਜ਼ ਰਫੜ ਹੈ, ਦਿੱਲੀ ਦੇ ਟਕਰਾਅ 'ਚ ਦਿੱਲੀ ਦਿਸਦੀ ਨਹੀਂ, ਤੇ ਜੇ ਪੰਜਾਬ ਨਾਲ ਟਕਰਾਅ ਬਣੂਗਾ ਤੇ ਫੇਰ ਹੀ ਜਾ ਕੇ ਆਮ ਆਦਮੀ ਪਾਰਟੀ ਤੇ ਕੇਂਦਰ ਦਾ ਟਕਰਾਅ ਨਜ਼ਰ ਆਊਗਾ, ਦੂਜੀਆਂ ਸਟੇਟਾਂ 'ਚ ਨਹੀਂ ਜਾਣਾ। ਮੈਨੂੰ ਹਰਜੇਸ਼ਵਰ ਪਾਲ ਦੇ ਉਹ ਲਫ਼ਜ਼ ਬੜੇ ਸੋਹਣੇ ਯਾਦ ਆਉਂਦੇ ਜਿਹੜੇ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੋਂ ਕਹੇ ਸੀਗੇ ਕਿ ਪੰਜਾਬ ਨੂੰ ਪੌੜੀ ਵਾਂਗ ਵਰਤਿਆ ਜਾ ਰਿਹਾ। ਪੌੜੀ ਦਾ ਕੰਮ ਸਿਰਫ ਉੱਪਰ ਚੜ੍ਹਨ ਤੱਕ ਸੀਮਤ ਹੁੰਦਾ, ਇਹ ਪੌੜੀ ਟੁੱਟ ਜੇ, ਭੱਜ ਜੇ, ਡਿੱਗ ਪਏ ਦਾ ਕੋਈ ਲੈਣ ਦੇਣ ਨਹੀਂ। ਪੰਜਾਬ ਇੱਕ ਪੌੜੀ ਵਾਂਗ ਨਾ ਵਰਤਿਆ ਜਾਵੇ, ਸਾਡਾ ਵੀ ਇਹ ਮੰਨਣਾ ਹੈ। ਤੇ ਜੇਕਰ ਦਿੱਲੀ ਦੇ ਟਕਰਾਅ ਨੂੰ ਪੰਜਾਬ ਤੱਕ ਖਿੱਚ ਕੇ ਲੈ ਕੇ ਆਉਣਾ, ਕਿਉਂਕਿ ਗਵਰਨਰ ਔਰ ਮੁੱਖ ਮੰਤਰੀ ਦੇ ਵਿੱਚ ਰਿਸ਼ਤੇ ਇੰਨੇ ਟਕਰਾਅ ਵਾਲੇ ਬਣਨੇ ਨਹੀਂ ਸੀ ਜੇ ਦੋਨਾਂ ਦੇ ਵਿੱਚ ਥੋੜੀ ਥੋੜੀ, ਕਿਉਂਕਿ ਸ਼ੁਰੂਆਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕੋਈ ਰਿਐਕਟ ਨਹੀਂ ਕੀਤਾ, ਜਦੋਂ ਗਵਰਨਰ ਸਾਹਿਬ ਇੱਕ ਮੁੱਖ ਮੰਤਰੀ ਵਾਂਗ ਵਿਚਰਨਾ ਸ਼ੁਰੂ ਹੋ ਗਏ ਉਦੋਂ ਤੇ ਉਹ ਵੀ ਸੱਜੇ ਖੱਬੇ ਸੱਜ ਕੇ ਬਹਿ ਜਾਂਦੇ ਸੀ ਸ਼ੁਰੂ ਦੇ ਦੌਰ 'ਚ। ਤੁਹਾਨੂੰ ਯਾਦ ਹੋਣਾ ਅੰਮ੍ਰਿਤਸਰ ਦਾ ਉਹ ਘਟਨਾ। ਫਿਰ ਮੁੜ ਕੇ ਪ੍ਰਸ਼ਾਸਨਿਕ ਪ੍ਰਮੁੱਖ ਵੀ ਜਾਂਦੇ ਸੀਗੇ, ਰਾਜਪਾਲ ਸਾਹਿਬ ਹੌਲੀ ਹੌਲੀ ਉਸੇ ਤਰੀਕੇ ਨਾਲ ਕਰ ਰਹੇ ਸੀ ਜਿਵੇਂ ਉਹਨਾਂ ਨੂੰ ਕਰਨਾ ਚਾਹੀਦਾ। ਇੱਕ ਕੇਂਦਰ ਦੀ ਸੱਤਾ ਔਰ ਸਟੇਟ ਦੀ ਸੱਤਾ ਦੇ ਵਿੱਚ ਗਵਰਨਰ ਜਿੱਦਾਂ ਦਾ ਰੋਲ ਪਲੇ ਕਰਦੇ ਹੁੰਦੇ ਆ, ਕਰ ਰਹੇ ਸੀਗੇ। ਤੁਸੀਂ ਇੱਥੋਂ ਬਚ ਕੇ ਪੰਜਾਬ ਦੇ ਮੇਨ ਮਸਲਿਆਂ ਤੇ ਖੜੇ ਹੋਣਾ ਸੀ, ਇਹ ਤਰਜੀਹ ਸੀਗੀ। ਪਰ ਹੁਣ ਨਾਲ ਦੀ ਨਾਲ ਦੂਜਾ ਸਵਾਲ ਵੀ ਇਹ ਖੜਾ ਹੋ ਗਿਆ ਕਿ ਜੇ ਗਵਰਨਰ ਨੇ ਕੁਝ ਪੱਤਰ ਲਿਖਿਆ ਤੇ
ਸ਼ਬਦਾਂ ਦੀ ਮਰਿਆਦਾ ਨੂੰ ਧਿਆਨ 'ਚ ਰੱਖਦਿਆਂ ਉਹਨਾਂ ਦੇ ਜਵਾਬ ਦਿੱਤੇ ਜਾ ਸਕਦੇ ਸੀ, ਔਰ ਜਵਾਬ ਬੜੇ ਟੈਕਟਫੁਲੀ ਸਿਆਸੀ ਹੋਣੇ ਚਾਹੀਦੇ ਸੀ, ਕਿਉਂਕਿ ਲੜਾਈ ਸਿਆਸੀ ਹੋ ਗਈ ਹੈ। ਤੇ ਇਹਦੇ ਵਿੱਚ ਤੁਸੀਂ ਆਪਣੇ ਸਿਖਰਲੇ ਜਿਹੜੇ ਕਾਨੂੰਨੀ ਮਸ਼ੀਰ ਆ ਉਹਨਾਂ ਦੀ ਸਲਾਹ ਲੈ ਲੈਂਦੇ ਵੀ ਆ ਮੇਰਾ ਇੱਕ ਲਫ਼ਜ਼ ਤਾਂ ਤੇ ਠਾਂ ਤੇ ਨਹੀਂ ਰੱਖਣਾ, ਇੰਨੀ ਇੱਕ ਗੱਲ ਹੁੰਦੀ। ਭਾਸਕਰ ਸਾਹਿਬ ਕੁਝ ਕਹਿਣ ਲੱਗੇ। ਇਸ ਗੱਲ ਦੇ ਉੱਤੇ ਹੁਣ ਤਲਵਾਰਾਂ ਨਿਕਲ ਗਈਆਂ। ਗਵਰਨਰ ਸਾਹਿਬ ਨੇ ਵੀ ਚਿੱਠੀ ਲਿਖਣ ਤੋਂ ਬਾਅਦ ਉਹ ਲੀਗਲ ਕੰਸਲਟੇਸ਼ਨ ਦੀ ਗੱਲ ਕਰਕੇ ਅੱਗੇ ਕੋਈ ਗੱਲ ਨਹੀਂ ਕੀਤੀ। ਦਿੱਲੀ ਜਾ ਕੇ ਜ਼ਰੂਰ ਗਏ ਹੋ। ਹੁਣ ਜਿੱਥੇ ਤੱਕ ਸਰਕਾਰ ਦੀ ਗੱਲ ਹੈਗੀ ਹੈ, ਸਰਕਾਰ ਇੱਕ ਵਾਰ ਕੈਬਨਿਟ ਮੀਟਿੰਗ ਦੁਬਾਰਾ ਬੁਲਾ ਸਕਦੀ ਹੈ, ਜਾਂ ਬੁਲਾ ਵੀ ਰੱਖ ਵੀ ਲਈ ਹੈ ਉਹਨਾਂ ਨੇ। ਉਹਦੇ ਵਿੱਚ ਦੁਬਾਰਾ ਇੱਕ ਗਵਰਨਰ ਸਾਹਿਬ ਨੂੰ ਬਜਟ ਸੈਸ਼ਨ ਬੁਲਾਉਣ ਦਾ ਪ੍ਰਸਤਾਵ ਦੇਣਗੇ। ਇਹ ਤੇ ਹੋਊਗੀ ਫਾਰਮੈਲਿਟੀ, ਪਰ ਫਾਰਮੈਲਿਟੀਆਂ ਤੋਂ ਪਿੱਛੇ ਕੀ ਚੱਲ ਰਿਹਾ? ਕੁਝ ਗੱਲਾਂ ਤੇ ਇੰਦਰਪ੍ਰੀਤ ਹੋਰਾਂ ਨੇ ਦੱਸੀਆਂ ਹੈ ਕਿ ਆਪਣੀ ਲੀਗਲ ਟੀਮ ਨੂੰ ਇਹ ਗੱਲ ਕਹਿਤੀ ਹੈ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਉਣ ਵਾਸਤੇ ਤਿਆਰ ਰਹੋ, ਸਟਰੋਂਗ ਕੇਸ ਬਣਾਓ। ਦੂਜੇ ਪਾਸੇ ਗਵਰਨਰ ਸਾਹਿਬ ਦਿੱਲੀ ਜਾ ਕੇ ਉਹਨਾਂ ਲੀਡਰਾਂ ਨਾਲ, ਜਿਨ੍ਹਾਂ ਲੀਡਰਾਂ ਨਾਲ ਵੀ ਤੇ ਵਕੀਲਾਂ ਨਾਲ ਵੀ ਲੀਗਲ ਕੰਸਲਟੈਂਸੀ ਲੈਣੀ ਹੈ ਕਿ ਅੱਗੇ ਕਿੱਦਾਂ ਵਧਣਾ ਹੈ। ਉਸ ਅਪਮਾਨਜਨਕ ਲੈਟਰ ਤੋਂ ਬਾਅਦ ਕੀ ਐਕਸ਼ਨ ਗਵਰਨਰ ਸਾਹਿਬ ਲੈ ਸਕਦੇ ਨੇ? ਕੇਂਦਰ ਸਰਕਾਰ ਦੁਆਰਾ ਜਿਹੜੀ ਰਿਪੋਰਟ ਮੰਗੀ ਹੈ ਅਜਨਾਲਾ ਮੁੱਦੇ ਦੇ ਉੱਤੇ, ਉਸ ਰਿਪੋਰਟ ਨੂੰ ਵੀ ਤੁਸੀਂ ਇਹਨਾਂ ਚਿੱਠੀ ਵਾਲੀ ਗੱਲ ਦੇ ਵਿੱਚੋਂ ਹੀ ਕੱਢ ਕੇ ਦੇਖੋ, ਤੇ ਉਹ ਰਿਪੋਰਟ ਵੀ ਇੱਕ ਹਿੱਸਾ ਹੋ ਸਕਦੀ ਹੈ ਗਵਰਨਰ ਸਾਹਿਬ ਦੇ ਅਗਲੇ ਐਕਸ਼ਨ ਦਾ ਬੇਸ। ਹੁਣ ਇਹਨਾਂ ਮੁੱਦਿਆਂ ਦੇ ਉੱਤੇ ਇਹ ਗੱਲ ਤੇ ਖਤਮ ਹੋ ਗਈ ਵੀ ਚਿੱਠੀ ਵਧੀਆ ਤਰੀਕੇ ਨਾਲ ਲਿਖੀ ਜਾ ਸਕਦੀ ਸੀ, ਉਹਦੇ ਵਿੱਚ ਇਹਨਾਂ ਸ਼ਬਦਾਂ ਦਾ ਉਪਯੋਗ ਕਰਕੇ ਉਸ ਗੱਲ ਨੂੰ ਸਾਂਭਿਆ ਜਾ ਸਕਦਾ ਸੀ, ਤੇ ਮੁੱਖ ਮੰਤਰੀ ਨੇ ਉਹਨਾਂ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਜਿਹੜੇ ਗਵਰਨਰ ਸਾਹਿਬ ਮੰਗਦੇ ਸੀਗੇ? ਤੇ ਹੁਣ ਜਵਾਬ ਨਹੀਂ ਦਿੱਤਾ ਤੇ ਅੱਗੇ ਚੱਲ ਕੇ ਆਪਣੀ ਲਿਖੀ ਹੋਈ ਚਿੱਠੀ ਕਿ ਵੀ ਨਹੀਂ, ਮੈਂ ਤੁਹਾਨੂੰ ਅਕਾਊਂਟੇਬਲ ਹੀ ਨਹੀਂ। ਹੁਣ ਉਸ ਮੁੱਦੇ ਤੋਂ ਮੁੱਖ ਮੰਤਰੀ ਵੀ ਪਿਛਾ ਨਹੀਂ ਜਾ ਸਕਦੇ। ਹੁਣ ਜਿਨ੍ਹਾਂ ਦੇ ਪ੍ਰਤੀ ਉਹ ਅਕਾਊਂਟੇਬਲ ਹੀ ਨਹੀਂ, ਉਹਨਾਂ ਤੋਂ ਹੀ ਸੈਸ਼ਨ ਦੀ ਇਜਾਜ਼ਤ ਮੰਗਣੀ ਪੈ ਰਹੀ ਹੈ, ਔਰ ਇਜਾਜ਼ਤ ਮਿਲ ਵੀ ਗਈ ਤੇ ਕੀ ਗਵਰਨਰ ਸਾਹਿਬ ਉਸ ਚਿੱਠੀ ਨੂੰ, ਉਸ ਐਡਰੈਸ ਨੂੰ ਜਿਹੜਾ ਮੁੱਖ ਮੰਤਰੀ ਜਾਂ ਸਰਕਾਰ ਵੱਲੋਂ ਲਿਖਿਆ ਹੋਏਗਾ, ਉਹ ਉਸ ਸੈਸ਼ਨ ਦੇ ਵਿੱਚ ਪੜਨਗੇ? ਇਹ ਸੰਕਟ ਤੇ ਵੱਧਦਾ ਜਾ ਰਿਹਾ ਹੈ। ਅੱਗੇ ਚੱਲ ਕੇ ਇਸ ਮੁੱਦੇ ਦੇ ਉੱਤੇ ਗਵਰਨਰ ਸਾਹਿਬ ਠੰਡੇ ਪਾਣੀ ਨਾਲ ਨਹਾ ਲੈਣਗੇ ਜਾਂ ਸਰਕਾਰ ਚੁੱਪ ਕਰਕੇ ਬਹਿ ਜਾਏਗੀ, ਐਦਾਂ ਦੇ ਅਸਾਰ ਬਿਲਕੁਲ ਨਹੀਂ ਹੈ। ਅਗਲੇ 2-3 ਦਿਨਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਕੋਈ ਵੱਡਾ ਐਕਸ਼ਨ ਜਾਂ ਫਿਰ ਵੱਡੀ ਤਿਆਰੀ, ਜਾਂ ਸਰਕਾਰ ਕੋਈ ਫੈਸਲਾ ਲਏਗੀ ਕਿ ਨਹੀਂ ਗਵਰਨਰ ਸਾਹਿਬ ਦੀ ਲੋੜ ਹੀ ਨਹੀਂ, ਉਹ ਅਨਕਨਸਟੀਟਿਊਸ਼ਨਲ ਹੋਏਗਾ। ਉਸ ਮੁੱਦੇ ਦੇ ਉੱਤੇ ਕੇਂਦਰ ਦਾ ਕੀ ਇੰਟਰਵੈਂਸ਼ਨ ਹੋਏਗਾ? ਇਹਨਾਂ ਸਾਰੀ ਗੱਲਾਂ ਦਾ ਸਾਹਮਣਾ 3 ਦਿਨਾਂ ਦੇ ਅੰਦਰ ਪੰਜਾਬ ਨੂੰ ਕਰਨਾ ਪਏਗਾ। ਉਹਦੀ ਤਿਆਰੀ ਕਿਸ ਧਿਰ ਦੀ ਕਿੱਦਾਂ ਦੀ ਹੁੰਦੀ ਹੈ, ਉਸ ਤਿਆਰੀ ਦੇ ਉੱਤੇ ਵੀ ਕਾਫੀ ਕੁਝ ਡਿਪੈਂਡ ਕਰਦਾ। ਭਾਸਕਰ ਸਾਹਿਬ, ਗਵਰਨਰ ਨੂੰ ਵੀ ਇਹ ਧਿਆਨ 'ਚ ਰੱਖਣਾ ਚਾਹੀਦਾ ਸੀ ਕਿ ਜੇ ਉਹਨਾਂ ਦੀ ਲੜਾਈ ਮੁੱਖ ਮੰਤਰੀ ਨਾਲ ਹੈ, ਲੇਕਿਨ ਪੰਜਾਬ ਦੇ ਇੰਨੇ ਕਰੋੜਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਸਾਰੇ ਐਮਐਲਏ ਵਿਧਾਨ ਸਭਾ 'ਚ, ਮਾਮਲੇ ਲੋਕਾਂ ਦੇ ਚੁੱਕੇ ਜਾਣੇ ਸੀ। ਗਵਰਨਰ ਸਾਹਿਬ ਨੂੰ ਅਜਲਾਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾ ਕੇ ਮੈਂ ਕੋਈ ਬਹੁਤੀ ਸਿਆਣਪ ਵਾਲੀ ਕਾਰਵਾਈ ਨਾਲ ਨਹੀਂ ਦੇਖਦਾ। ਹਾਲਾਂਕਿ ਮੈਂ ਕੌਣ ਹੁੰਨਾ ਜਦੋਂ ਮੈਂ ਸ਼ਬਦ ਵਰਤਾਂ, ਮੈਂ ਲੋਕਾਂ ਵੱਲੋਂ ਇਹ ਗੱਲ ਕਰ ਰਿਹਾ ਕਿ ਇਹਨੂੰ ਕੋਈ ਚੰਗਾ ਨਹੀਂ ਮੰਨਿਆ ਗਿਆ ਕਿ ਤੁਸੀਂ ਇੱਕ ਅਜਲਾਸ ਨੂੰ ਰੋਕ ਨਾ ਲਓ, ਮਤਲਬ ਉੱਤੇ ਗੱਲ ਹੀ ਨਾ ਕਰੋ। ਤੁਸੀਂ ਕਹੋ ਪਹਿਲਾਂ ਜਵਾਬ ਦਿਓ, ਫਿਰ ਮੈਂ ਤੇ ਤੁਹਾਡੀ ਚਿੱਠੀ ਦਾ ਜਵਾਬ। ਸ਼ੁਰੂ ਦੇ ਵਿੱਚ ਜਿਹੜਾ ਉਹਨਾਂ ਨੇ ਸਬਜੈਕਟ ਪੰਜਾਬ ਸਰਕਾਰ ਵਾਲਾ ਹੀ ਰੱਖਿਆ, ਸਬਜੈਕਟ ਉਸੇ ਦੇ ਆਧਾਰ ਤੇ ਹੀ ਆਨਸਰ ਕੀਤਾ, ਪਰ ਸਵਾਲ ਲੋਕ ਪੁੱਛ ਰਹੇ ਕਿ ਇਹ ਪਬਲਿਕ ਮੰਚ ਹੈ ਔਰ ਇਹ ਸੰਵਿਧਾਨ ਦੀ ਖੂਬਸੂਰਤੀ, ਜੇ ਮੁੱਖ ਮੰਤਰੀ ਸੰਵਿਧਾਨ ਦੀ ਖੂਬਸੂਰਤੀ ਨੂੰ ਦਰਕਨਾਰ ਕਰ ਰਹੇ ਆ ਤੁਹਾਡੇ ਅਨੁਸਾਰ ਜੋ ਤੁਸੀਂ ਚਿੱਠੀ 'ਚ ਲਿਖਿਆ, ਤੇ ਫਿਰ ਤੁਸੀਂ ਵੀ ਤਾਂ ਕਰ ਰਹੇ ਹੋ ਨਾ। ਸੰਵਿਧਾਨ ਅਖਤਿਆਰ ਦਿੰਦਾ ਹੈ ਔਰ ਅਜਲਾਸ ਹੋਣੇ ਹੁੰਦੇ ਆ, ਲੋਕਾਂ ਦੇ ਮਸਲੇ ਉਠਾਏ ਜਾਣੇ ਹੁੰਦੇ ਆ, ਚੁਣੇ ਹੋਏ ਲੋਕ ਸਾਰੇ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਆ। 117 ਬੰਦੇ ਨਹੀਂਗੇ ਇਹ ਪੰਜਾਬ ਦੇ, ਸੱਚਮੁੱਚ 3 ਕਰੋੜ ਲੋਕਾਂ ਦਾ ਮਾਮਲਾ। ਗਵਰਨਰ ਸਾਹਿਬ ਪੂਰੀ ਤਰ੍ਹਾਂ ਗਲਤ ਨੇ, ਲੇਕਿਨ ਇਹ ਲੜਾਈ ਮੁੱਕਣੀ ਚਾਹੀਦੀ ਹੈ। ਗਵਰਨਰ ਨੂੰ ਇਨੀਸ਼ੀਏਟ ਕਰਕੇ ਆਗਿਆ ਦੇ ਦੇਣੀ ਚਾਹੀਦੀ ਆ। ਉਹਨਾਂ ਨੂੰ ਜਵਾਬ ਉਡੀਕੇ ਬਿਨਾ ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਦਿਲ ਦਿਖਾ ਕੇ ਉਹਨਾਂ ਨੂੰ ਵੀ 3 ਕਰੋੜ ਲੋਕਾਂ ਦਾ ਹਵਾਲਾ ਦੇ ਕੇ ਕਹਿਣਾ ਚਾਹੀਦਾ ਕਿ ਮੈਂ ਲੋਕ ਹਿੱਤਾਂ ਦੇ ਨਜ਼ਰੀਏ ਤੋਂ ਇਹ ਚਿੱਠੀ ਭੇਜ ਕੇ ਤੁਹਾਨੂੰ ਅਜਲਾਸ ਦੀ ਪ੍ਰਵਾਨਗੀ ਦੇ ਰਿਹਾ, ਪਰ ਮੇਰੇ ਸਵਾਲ ਤੁਹਾਡੇ ਵੱਲ ਖੜੇ, ਉਹਨਾਂ ਦਾ ਜਵਾਬ ਮੈਂ ਉਡੀਕ ਰਿਹਾ, ਔਰ ਤੁਹਾਡੇ ਸਵਾਲ ਦੇ ਸੰਬੰਧ ਜਿਹੜੀ ਕਾਨੂੰਨੀ ਰਾਏ ਲੈਣੀ ਲੈ ਲਓ, ਅਸੀਂ ਕਿਹੜੇ ਕਾਨੂੰਨੀ ਮਸ਼ੀਰ ਆ। ਇੰਦਰਪ੍ਰੀਤ ਜੀ, ਲਾਸਟ ਵਿੱਚ ਇਹ ਗੱਲ ਦੱਸੋ ਕਿ ਜਿਹੜਾ ਮੌਸਮ ਅਚਨਚੇਤ ਬਦਲਿਆ, ਅਚਨਚੇਤ ਤੁਰੰਤ ਠੰਡ ਤੇ ਠੰਡ ਦੇ ਨਾਲ ਇੱਕਦਮ ਗਰਮੀ, ਤੇ ਮੌਸਮ ਦਾ ਲੋਕਾਂ ਦੀ ਸਿਹਤ ਤੇ ਅਸਰ ਚਲੋ ਹੈ ਹੀ ਆ। ਕਮੀਜ਼ਾਂ ਰਹਿ ਗਈਆਂ, ਉੱਪਰਲੇ ਸਾਰੇ ਉੱਡ ਪੁੱਡ ਗਏ ਕੱਪੜੇ, ਪਰ ਜਿਹੜੀ ਕਣਕ ਦਾ ਝਾੜ ਆ ਉਹਦੇ ਉੱਤੇ ਮਾਹਿਰਾਂ ਦੀ ਨਜ਼ਰ ਬੜੀ ਅਜੀਬੋ-ਗਰੀਬ ਤਰੀਕੇ ਨਾਲ ਆ ਵੀ ਇਹ 10-15% ਤੱਕ ਜੇ ਝਾੜ ਘਟ ਗਿਆ ਤੇ ਕਿੰਨਾ ਟੋਟਲ ਨੁਕਸਾਨ ਹੁੰਦਾ ਸਾਡੇ ਅਰਥਚਾਰੇ ਦਾ। ਰੰਧਾਵਾ ਸਾਹਿਬ, ਇਹ ਜਿਹੜੀ ਕੱਲ ਲੈਟਰ ਕੱਢੀ ਹੈ ਡਾਇਰੈਕਟਰ ਐਗਰੀਕਲਚਰ ਵੱਲੋਂ, ਉਹਨਾਂ ਨੇ ਕਿਹਾ ਹੈ ਵੀ 3 ਤੋਂ 5 ਡਿਗਰੀ ਟੈਂਪਰੇਚਰ ਅਸੀਂ ਪਿਛਲੇ ਦਿਨਾਂ ਦਾ ਹਫ਼ਤੇ ਦਾ ਨੋਟ ਕਰ ਰਹੇ ਹਾਂ, ਉਹ ਜ਼ਿਆਦਾ ਆ ਰਿਹਾ ਹੈ। ਮਤਲਬ ਇਸ ਟਾਈਮ ਰਾਤ ਦਾ ਟੈਂਪਰੇਚਰ ਵੀ ਜਿਹੜਾ ਹੈਗਾ ਉਹ
ਉਹਨਾਂ ਲਈ ਫਿਕਰ ਵਾਲੀ ਗੱਲ ਰਾਤ ਦੇ ਟੈਂਪਰੇਚਰ ਦੀ ਹੈ, ਜਿਹੜਾ ਰਾਤ ਦਾ ਟੈਂਪਰੇਚਰ 12 ਡਿਗਰੀ ਤੋਂ ਉੱਪਰ ਚਲਾ ਗਿਆ। ਦੇਖੋ ਇਸ ਟਾਈਮ ਸਾਰੀ ਕਣਕ ਜਿਹੜੀ ਹੈਗੀ ਆ ਉਹ ਲਿਕੁਇਡ ਫਾਰਮ ਦੇ ਵਿੱਚ ਹੈ ਤੇ ਉਹਨੇ ਦਾਣਾ ਬਣਨਾ ਹੈ, ਅਗਲੇ 1 ਮਹੀਨੇ ਦੇ ਵਿੱਚ ਹੀ ਇਹ ਦਾਣਾ ਪਕਣਾ ਹੈ। ਤੇ ਜੇ ਇੰਨੀ ਜਲਦੀ ਗਰਮੀ ਸ਼ੁਰੂ ਹੋ ਜਾਏਗੀ ਤਾਂ ਉਹ ਦਾਣਾ ਸੁੱਕ ਜਾਂਦਾ ਤੇ ਉਹਦਾ ਝਾੜ ਤੇ ਅਸਰ ਪੈਂਦਾ। ਇਹਨਾਂ ਨੇ ਜੋ ਆਂਕਲਨ ਕੀਤਾ ਵੀ ਜੇ ਇਹ ਰਿਹਾ ਜਿਸ ਤਰ੍ਹਾਂ ਦਾ ਹੁਣ ਤਾਪਮਾਨ ਹੈਗਾ ਤਾਂ 15% ਤੱਕ ਘਟ ਜਾਏਗਾ, ਯਾਨੀ ਕਿ ਸਾਡੇ 185 ਲੱਖ ਟਨ ਕਣਕ ਹੁੰਦੀ ਹੈ ਟੋਟਲ, ਜਿਸ ਚੋਂ 40-45 ਲੱਖ ਟਨ ਕਿਸਾਨ ਆਪਣੇ ਘਰਾਂ 'ਚ ਰੱਖਦੇ ਹੈ, 130 ਲੱਖ ਟਨ ਜਾਂ ਉਸ ਤੋਂ ਥੋੜੀ ਜਿਹੀ ਜ਼ਿਆਦਾ ਮੰਡੀਆਂ 'ਚ ਆ ਜਾਂਦੀ ਹੈ ਜੀ। ਤਾਂ ਜੇ ਅਸੀਂ 15% ਦੀ ਉਹ ਲਗਾਉਂਦੇ ਆ ਤਾਂ ਆਲਮੋਸਟ 27 ਤੋਂ 30 ਲੱਖ ਟਨ ਜਿਹੜੀ ਕਣਕ ਹੈਗੀ ਹੈ ਉਹ ਪੰਜਾਬ ਚੋਂ ਕੱਟਣ ਦੀ ਉਹ ਬਣ ਗਈ ਹੈ। ਇਹ ਲਗਾਤਾਰ ਤੁਸੀਂ ਦੇਖੋ ਤੀਸਰੀ ਫਸਲ ਹੈ ਜਿਹੜੀ ਕਿਸਾਨਾਂ ਨੂੰ ਨੁਕਸਾਨ ਹੋਣ ਜਾ ਰਿਹਾ ਹੈ। ਪਿਛਲੇ ਸਾਲ ਵੀ ਇਹਨਾਂ ਦਿਨਾਂ 'ਚ ਹੀ ਬਹੁਤ ਗਰਮੀ ਪੈ ਗਈ ਸੀ ਤਾਂ 15% ਝਾੜ ਘਟਿਆ ਸੀ, 105 ਲੱਖ ਟਨ ਤਾਂ ਅਸੀਂ ਮਸਾਂ ਹੀ ਮੰਡੀਆਂ ਤੱਕ ਲੈ ਕੇ ਆ ਪਾਏ ਸੀ, ਜਿਹੜਾ ਅਸੀਂ 130 ਲੱਖ ਟਨ ਹਮੇਸ਼ਾ ਹੀ ਲੈ ਕੇ ਆਉਂਦੇ ਹਾਂ। ਔਰ ਉਸ ਤੋਂ ਬਾਅਦ ਪੈਡੀ ਦੇ ਵਿੱਚ ਵੀ ਪੌਦਾ ਜਿਹੜਾ ਉਹ ਬੌਣਾ ਰਹਿ ਗਿਆ ਸੀਗਾ, ਉਹ ਅਜੀਬ ਜਿਹਾ ਕੋਈ ਵਾਇਰਸ ਆ ਗਿਆ ਸੀ, ਉਹਦੇ ਕਰਕੇ ਵੀ ਬਹੁਤ ਨੁਕਸਾਨ ਹੋਇਆ ਸੀਗਾ। ਤੇ ਹੁਣ ਇਹ ਤੀਸਰੀ ਫਸਲ ਹੈ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਉਹ ਤਾਂ ਪਹਿਲਾਂ ਤੋਂ ਹੀ ਸੰਕਟ ਦੇ ਵਿੱਚ ਨੇ, ਆਰਥਿਕ ਸੰਕਟ ਦੇ ਵਿੱਚ ਨੇ, ਤੇ ਜੇ 30% ਘਟਦੀ ਹੈ ਤਾਂ ਮੈਨੂੰ ਲੱਗਦਾ ਇਹ ਇੱਕ ਉਹਨਾਂ ਦਾ ਬਹੁਤ ਵੱਡਾ ਲਾਸ ਹੈ। ਇਸ ਤੇ ਵੀ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਕਾਲ ਲੈਣੀ ਚਾਹੀਦੀ ਹੈ ਜਾਂ ਐਟਲੀਸਟ ਗਵਰਨਮੈਂਟ ਪੰਜਾਬ ਨੂੰ ਹੀ ਇੱਕ ਰਿਕੁਐਸਟ ਕਰਨੀ ਚਾਹੀਦੀ ਹੈ ਕਿ ਲਗਾਤਾਰ 3 ਫਸਲਾਂ ਹੋ ਗਈਆਂ, ਇਸ ਤੇ ਜਾਂ ਤਾਂ ਬੋਨਸ ਵਗੈਰਾ ਦਿੱਤਾ ਜਾਏ ਉਹਨਾਂ ਨੂੰ ਕੁਝ ਵੀ, ਤਾਂ ਕਿ ਕੁਝ ਤਾਂ ਉਹਨਾਂ ਦਾ ਹੱਲ ਹੋਏ ਨਾ। ਇਹ ਬਾਰ-ਬਾਰ ਇਸ ਤਰ੍ਹਾਂ ਕਿਉਂਕਿ ਇਹ ਕੁਦਰਤੀ ਹੈ, ਉਹਨਾਂ ਕਿਸਾਨ ਦੇ ਆਪਣੇ ਹੱਥ 'ਚ ਤਾਂ ਹੈ ਨਹੀਂ ਹੈ। ਤੇ ਜੇ ਉਹਨਾਂ ਦਾ ਜੇ ਉਹ ਸੰਕਟ 'ਚ ਖੜਦਾ ਸਾਡੇ ਨਾਲ ਕਿਸਾਨ, ਤਾਂ ਸਾਨੂੰ ਵੀ ਕਿਸਾਨ ਦੇ ਨਾਲ ਇਸ ਟਾਈਮ ਖੜਨਾ ਚਾਹੀਦਾ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇੱਥੇ ਇੱਕ ਜਿਹੜੀ ਪਹਿਲਾਂ ਸਾਰੀ ਗੱਲਬਾਤ ਦੇ ਦੌਰਾਨ 2-3 ਚੀਜ਼ਾਂ ਰਹਿ ਗਈਆਂ, ਉਹਨਾਂ ਦੇ ਉੱਤੇ ਮੈਂ ਜ਼ਰੂਰ ਸਾਂਝ ਪਵਾ ਦਿਆਂ ਕਿ ਇੱਕ ਤਾਂ ਜਿਹੜਾ ਫੈਸਲਾ ਹੁਣ ਪੁਲਿਸ ਦੇ ਪੱਧਰ ਤੇ ਹੋਇਆ ਕਿ ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਹੋਊਗਾ ਹੁਣ ਉਹਦੀ ਪਰਮਿਸ਼ਨ ਉੱਚ ਅਧਿਕਾਰੀ ਦੇਣਗੇ। ਮਤਲਬ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਇਸ ਸਾਰੇ ਵਰਤਾਰੇ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਨਵੇਂ ਸੇਕ ਚੋਂ ਕੱਢਤਾ ਵੀ ਅੱਗੇ ਜਦੋਂ ਮਰਜ਼ੀ ਤੁਸੀਂ ਪ੍ਰਦਰਸ਼ਨ ਕਰ ਸਕਦੇ ਸੀ, ਥੱਲੇ ਦੇ ਪੱਧਰ ਤੇ ਪਰਮਿਸ਼ਨ ਮਿਲ ਜਾਂਦੀ ਸੀ, ਹੁਣ ਬੜੀ ਸੋਚ ਸਮਝ ਕੇ ਪਰਮਿਸ਼ਨ ਮਿਲੂਗੀ ਤਾਂ ਕਿ ਹੋਰ ਪਰਚੇ ਹੋਣ ਦੀ ਗੱਲ ਹੋ ਗਈ ਵੀ ਜੇ ਤੁਸੀਂ ਪਰਮਿਸ਼ਨ ਤੋਂ ਬਿਨਾਂ ਕਰੋਗੇ ਤੇ ਤੁਹਾਡੇ ਖਿਲਾਫ ਪਰਚਾ ਹੋਊਗਾ। ਬੜੀਆਂ ਇਹੋ ਜਿਹੀਆਂ ਜਥੇਬੰਦੀਆਂ ਜਿਹੜੀਆਂ ਸ਼ਾਂਤਮਈ ਨਾਲ ਯੂਨੀਅਨਾਂ ਨੇ ਸਾਰਾ ਕੁਝ ਹੈ, ਉਹਨਾਂ ਲਈ ਵੀ ਮੁਸ਼ਕਲ ਖੜੀ ਹੋ ਗਈ। ਦੂਜਾ ਮਾਮਲਾ ਇੱਥੇ ਬੜਾ ਅਹਿਮ ਆ ਕਿ ਜਿਹੜੇ ਉੱਥੇ ਹਥਿਆਰ ਗਏ ਨੇ ਉਹ ਜਿਹੜੇ ਲੋਕ ਲੈ ਉਹਨਾਂ ਦੇ ਲਾਇਸੈਂਸ ਚੈੱਕ ਹੋਣ ਦੀ ਗੱਲ ਵੀ ਹੋ ਰਹੀ ਆ, ਉੱਥੇ ਵੀ ਇੱਕ ਬਹੁਤ ਬਰੀਕੀ ਨਾਲ ਮੋਨੀਟਰ ਕੀਤਾ ਜਾ ਰਿਹਾ ਸਾਰੇ ਵਰਤਾਰੇ ਨੂੰ। ਤੀਜੀ ਗੱਲ ਜਿਹੜੀ ਅਹਿਮ ਆ ਜਿਹੜੀ ਆਪਾਂ ਗਵਰਨਰ ਔਰ ਮੁੱਖ ਮੰਤਰੀ ਦੇ ਵਿੱਚ ਕਰ ਰਹੇ ਸੀਗੇ, ਉਹ ਵੀ ਸਵਾਲ ਇਸ ਵੇਲੇ ਖੜਾ ਹੋ ਗਿਆ। ਗਵਰਨਰ ਸਾਹਿਬ ਦੇ ਪਰਿਵਾਰਕ ਮੈਂਬਰ ਦਾ ਕਿਸੇ ਦਾ ਵਿਆਹ ਹੈ, ਸ਼ਾਦੀ ਹੈ, ਮੁੱਖ ਮੰਤਰੀ ਸਾਹਿਬ ਨੇ ਇੱਕ ਅੱਛਾ ਜੈਸਚਰ ਔਰ ਬਾਕੀ ਸਾਰੀ ਵੈਸੇ ਤਾਂ ਹੁੰਦਾ ਹੀ ਇਹਦੇ ਚ ਤਾਂ ਕੋਈ ਦੋ ਗੱਲਾਂ ਨਹੀਂ, ਔਰ ਮੁੱਖ ਮੰਤਰੀ ਪੰਜਾਬ ਭਵਨ ਦੇ ਵਿੱਚ ਠਹਿਰਨਗੇ, ਉੱਥੇ ਵਿਆਹ ਦੇ ਵਿੱਚ ਵੀ ਜਾਣਗੇ। ਕਪੂਰਥਲਾ ਹਾਊਸ ਸਾਰੇ ਦਾ ਸਾਰਾ ਗਵਰਨਰ ਸਾਹਿਬ ਲਈ ਛੱਡਿਆ, ਸਹਿਚਾਰ ਰਹੂਗਾ, ਗੱਲਬਾਤ ਹੋਊਗੀ। ਮੇਰਾ ਖਿਆਲ ਆ ਸ਼ਾਇਦ ਗਵਰਨਰ ਸਾਹਿਬ ਇਸ ਮਹੀਨੇ ਦੇ ਐਂਡ ਤੱਕ ਕੋਈ ਚਿੱਠੀ ਆਪਣੀ ਦਿੱਲੀੋਂ ਸਾਈਨ ਕਰਕੇ ਭੇਜ ਦੇਣ, ਗੱਲ ਲੱਗਦਾ ਕਿਸੇ ਪਾਸੇ ਲੱਗ ਜਾਊਗੀ। ਮੁਹੱਬਤ ਦੇ ਦੌਰਾਨ, ਸ਼ਗਨਾਂ ਦੇ ਸਾਰੇ ਕੰਮਾਂ ਦੇ ਦੌਰਾਨ ਬੜੇ ਪੁਰਾਣੇ ਮਨਮੁਟਾਵ ਆਪਣੇ ਪਿੰਡਾਂ ਦੀ, ਇੰਦਰਪ੍ਰੀਤ ਔਰ ਭਾਸਕਰ ਸਾਹਿਬ, ਪ੍ਰਥਾ ਹੈ ਨਾ ਜਿੰਨੇ ਰੁੱਸੇ ਮਨਾ ਲਏ ਜਾਂਦੇ ਆ, ਚੱਲ ਉੱਠ ਯਾਰ ਛੱਡ ਹੁਣ ਹੈ, ਇੱਕੋ ਹੀ ਗੱਲ ਆ। ਉਹ ਸਾਰੀਆਂ ਗੱਲਾਂ ਹੋਣਗੀਆਂ। ਪੰਜਾਬ ਲਈ ਇਹ ਲੜਾਈ ਇੱਕ ਸ਼ਾਦੀ ਦੇ ਵਿੱਚੋਂ, ਸ਼ਗਨਾਂ ਦੇ ਸਮਾਰੋਹ ਚੋਂ ਮੁੱਕਣ ਦੀ ਉਮੀਦ ਜਤਾਈ ਜਾ ਰਹੀ। ਭਾਸਕਰ ਸਾਹਿਬ ਰਹਿ ਨਹੀਂ ਸਕੇ, ਟਿੱਪਣੀ ਕਰਨਗੇ ਪੱਕਾ। ਦੇਖੋ ਜਿੱਥੇ ਤੱਕ ਕਈ ਵਾਰ ਰਿਸ਼ਤਿਆਂ ਦੇ ਵਿੱਚ ਕਾਫੀ ਸੁਧਾਰ ਵੀ ਹੋ ਜਾਂਦੇ ਨੇ ਵਿਆਹ ਕਰਕੇ, ਤੇ ਵਿਆਹਾਂ ਦੇ ਵਿੱਚ ਜੀਜੇ ਤੇ ਫੁੱਫੜ ਨਾਰਾਜ਼ ਹੋ ਜਾਂਦੇ ਨੇ, ਇਹ ਵੀ ਬੜੀ ਇੱਕ ਐਗਜ਼ਾਮਪਲ ਸਾਡੇ ਸਾਹਮਣੇ ਹੈਗੀ ਹੈ। ਪਰ ਉਮੀਦ ਕਰਦੇ ਹਾਂ ਕਿ ਐਤਕੀ ਜਦ ਸਾਡੇ ਮੁੱਖ ਮੰਤਰੀ ਗਵਰਨਰ ਸਾਹਿਬ ਨੂੰ ਵਿਆਹ ਦੇ ਮੌਕੇ ਤੇ ਮਿਲਣਗੇ ਤੇ ਘੁੱਟ ਕੇ ਜੱਫੀ ਪਾਉਣਗੇ ਤੇ ਕੰਨ 'ਚ ਕੁਝ ਕਹਿਣਗੇ ਤੇ 3 ਤਰੀਕ ਤੋਂ ਆਪਣਾ ਕੰਮ ਦੋਨੋਂ ਸ਼ੁਰੂ ਕਰ ਦੇਣਗੇ। ਉਮੀਦ ਘੱਟ ਹੈ ਪਰ ਉਮੀਦ ਕਰਨਾ ਸਾਡਾ ਫਰਜ਼ ਹੈ। ਉਮੀਦ ਤੇ ਕਰਨੀ ਚਾਹੀਦੀ ਹੈ ਕਿ ਵੀ ਸਾਡੇ ਪੰਜਾਬ ਦੇ ਵਿੱਚ ਸ਼ਾਂਤੀ ਰਹੇ। ਉਸ ਸ਼ਾਂਤੀ ਦੀ ਉਮੀਦ ਨਾਲ ਲੱਗਦਾ ਹੈ ਕਿ ਇਸ ਵਿਆਹ ਦੇ ਵਿੱਚ ਕੁਝ ਨਾ ਕੁਝ ਚੰਗਾ ਪੰਜਾਬ ਵਾਸਤੇ ਹੋਏਗਾ। ਔਰ ਉਸ ਤੋਂ ਪਹਿਲੇ ਜਦ ਇੰਦਰਪ੍ਰੀਤ ਹੋਣਾ ਉਸ ਫਸਲਾਂ ਦੀ ਖਰਾਬੀ ਦੀ ਗੱਲ ਕਰ ਰਹੇ ਸੀ, ਮੈਨੂੰ ਯਾਦ ਆਇਆ ਕਿ ਪੰਜਾਬ ਦੇ ਵਿੱਚ ਆਰਥਿਕ ਸੰਕਟ ਦੇ ਮੌਜੂਦ ਬ੍ਰਿਟੇਨ ਤੋਂ ਤੇ ਪਾਕਿਸਤਾਨ ਤੋਂ ਬਹੁਤ ਸਾਰੀ ਖਬਰਾਂ ਆ ਰਹੀ। ਬ੍ਰਿਟੇਨ ਦੇ ਵਿੱਚ ਤੇ 2 ਆਲੂ ਖਰੀਦਣ ਤੋਂ ਵੱਧ ਦੇ ਉੱਤੇ ਪਾਬੰਦੀ ਤੱਕ ਲਾਤੀ ਹੈ।
ਔਰ ਟਮਾਟਰ ਵੀ ਤੁਸੀਂ ਲਿਮਿਟਿਡ ਖਰੀਦ ਸਕਦੇ ਹੋ। ਔਰ ਉਹਦਾ ਰੀਜ਼ਨ ਜਦ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਿਆ ਕਿ ਵੀ ਉੱਥੇ ਫਰੂਟ ਤੇ ਵੈਜੀਟੇਬਲ ਬੜੇ ਘੱਟ ਸਪਲਾਈ ਹੋ ਰਹੇ ਨੇ। ਪਾਕਿਸਤਾਨ ਦੇ ਰੇਟ ਤੇ ਰੋਜ਼ ਅਖਬਾਰਾਂ ਦੇ ਵਿੱਚ ਛਪਦੇ ਨੇ, ਜਦ 250 300 ਕਿਲੋ 300 ਰੁਪਏ ਕਿਲੋ ਦਾ ਟਮਾਟਰ ਪਿਆਜ਼ ਉੱਥੇ ਵਿਕਦਾ, ਔਰ ਆਪਣੇ ਟਮਾਟਰ ਦਾ ਪਿਆਜ਼ ਦਾ ਰੇਟ ਤੁਸੀਂ ਦੇਖਦੇ ਹੋ। ਕੱਲ ਇੱਥੇ ਵੀ ਖਬਰ ਛਪੀ ਸੀ ਕਿ 500 ਕਿਲੋ ਤੋਂ ਵੱਧ ਦਾ ਪਿਆਜ਼ ਇੱਕ ਕਿਸਾਨ ਨੂੰ ਸਿਰਫ 2 ਰੁਪਏ ਮਿਲੇ। ਹੁਣ ਕਿਸਾਨ ਨੂੰ 2 ਰੁਪਏ ਮਿਲੇ, ਆਲੂ ਸੜਕਾਂ ਤੇ ਰੁਲਦਾ ਪਿਆ। 2001 ਦੇ ਵਿੱਚ ਜਦ ਦੋਸਾਂਝ ਸਾਹਿਬ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਆਏ ਸੀ ਤੇ ਉਹਨਾਂ ਦੇ ਆਉਣ ਦੇ ਮੌਕੇ ਤੇ ਸੜਕਾਂ ਤੇ ਕਿਸਾਨਾਂ ਨੇ ਆਲੂ ਸੁੱਟਿਆ ਸੀ। ਸਥਿਤੀ ਹੁਣ ਫੇਰ ਉਦਾਂ ਦੀ ਹੋ ਗਈ ਹੈ। ਔਰ ਇਸ ਸਥਿਤੀ ਦੇ ਵਿੱਚ ਹੀ ਬ੍ਰਿਟੇਨ ਦੇ ਵਿੱਚ 2 ਆਲੂ ਤੋਂ ਵੱਧ ਖਰੀਦਣ ਦੇ ਉੱਤੇ ਪਾਬੰਦੀ। ਇਸ ਸਿਚੁਏਸ਼ਨ ਨੂੰ ਆਪਾਂ G20 ਸਮਿਟ ਦੇ ਵਿੱਚ ਚੱਕ ਕੇ ਕੋਈ ਫਾਇਦਾ ਹੀ ਚੱਕ ਲਈਏ। ਪਰ ਚਲੋ ਸਰਕਾਰ ਕਿਸ ਤਰੀਕੇ ਨਾਲ ਇਸ ਤਰੀਕੇ ਨਾਲ ਬਿਹੇਵ ਕਰਦੀ ਹੈ। ਪਰ ਕਿਸਾਨਾਂ ਦਾ ਆਰਥਿਕ ਸੰਕਟ, ਉਸ ਆਰਥਿਕ ਸੰਕਟ ਤੋਂ ਕੱਢਣ ਦੀ ਗੱਲ ਇਹ ਸਿਰਫ ਗੱਲਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ। ਅੱਗੇ ਨਾ ਸਰਕਾਰਾਂ ਵੱਧਦੀ ਹੈ, ਨਾ ਕੁਝ ਕਿਸਾਨ ਦੇ ਹੱਥ ਲੱਗਦਾ। ਸਰਕਾਰਾਂ ਨੂੰ ਸਿਰਫ ਸਿਆਸਤ ਤੋਂ ਅੱਗੇ ਕੁਝ ਨਹੀਂ ਦਿਸਦਾ, ਔਰ ਇਹਨਾਂ ਦੁਵੱਲੇ ਰਿਸ਼ਤਿਆਂ ਦੇ ਵਿੱਚ ਵੀ ਟੋਟਲ ਪੋਲਿਟਿਕਸ ਹੁੰਦੀ ਆ। ਤੁਸੀਂ ਪਹਿਲੀ ਗੱਲ ਨੂੰ ਨਾਲ ਕਿਸਾਨੀ ਨਾਲ ਜੋੜ ਲਏ। ਮੈਂ ਪਹਿਲੀ ਗੱਲ ਤੇ ਮੁੜ ਆਉਣਾ ਹੈ, ਜਦੋਂ ਕਿਤੇ ਤੁਹਾਡੇ ਲਫ਼ਜ਼ਾਂ ਦੇ ਹਿਸਾਬ ਨਾਲ ਗਵਰਨਰ ਦੇ ਕੰਨ 'ਚ ਮੁੱਖ ਮੰਤਰੀ ਫੂਕ ਮਾਰਨਗੇ, ਕਿਤੇ ਇਹ ਹੀ ਨਾ ਮਾਰ ਦੇਣ ਵੀ ਤੁਸੀਂ ਕੇਂਦਰੀ ਸੱਤਾ ਨੂੰ ਖੁਸ਼ ਰੱਖੋ, ਜੋ ਮਰਜ਼ੀ ਕਰੋ, ਮੈਂ ਪੰਜਾਬ ਦੇ ਲੋਕਾਂ ਨੂੰ ਖੁਸ਼ ਰੱਖੂ, ਜੋ ਮਰਜ਼ੀ ਕਰਾਂ, ਆਪਾਂ ਵਿੱਚੋਂ ਇਕੱਠੇ ਰਹਿਣਾ। ਪੋਲੀਟੀਕਲ ਜਮਾਤਾਂ ਵਾਂਗ, ਕੈਪਟਨ ਬਾਦਲਾਂ ਵਾਂਗ, ਜਾਂ ਜਿਹੜੇ ਦੋਸ਼ ਬਾਕੀਆਂ ਤੇ ਵੀ ਲੱਗਦੇ ਰਹੇ, ਆਪਾਂ ਵਿੱਚੋਂ ਇਕੱਠੇ ਰਹਿਣਾ। ਬਾਹਰੋਂ ਤੁਸੀਂ ਮੇਰੇ ਵੱਲ ਫੁੱਟਬਾਲ ਨੂੰ ਕਿੱਕ ਮਾਰੋ, ਮੈਂ ਤੁਹਾਡੇ ਵੱਲ। ਆਪਾਂ ਪੰਜਾਬ ਦੀ ਜਨਤਾ ਨੂੰ ਤੇ ਪੰਜਾਬ ਨੂੰ ਫੁੱਟਬਾਲ ਵਾਂਗ ਟਰੀਟ ਕਰਨਾ। ਬਹੁਤ ਮਿਹਰਬਾਨੀ। ਧੰਨਵਾਦ ਜੀ।